ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਸਰਦਾਰ ਮਨਮੋਹਨ ਸਿੰਘ ਜੀ ਹਾਜ਼ਰ ਹਨ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਮੌਜੂਦਾ ਸਮੇਂ ਦੇ ਵਿੱਚ ਪਿਛਲੇ 30-40 ਸਾਲਾਂ ਵਿੱਚ ਕੌਮ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ। ਅਣਛੁਪੇ ਹੀਰੇ ਵੀ ਉਹਦਾ ਕੋਲ ਉਹ ਸ਼ਹਾਦਤਾਂ ਵੀ ਸ਼ਾਮਲ ਹਨ। ਉਹਨਾਂ ਵਿੱਚੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਸਰ ਜਥੇਦਾਰ ਜਸਵੰਤ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਦਾ ਪਿੰਡ ਕੌਂਕੇ ਹੈ। ਉਹਨਾਂ ਦੀ ਸ਼ਹਾਦਤ ਬਾਰੇ, ਉਹਨਾਂ ਦੀ ਜੀਵਨੀ ਬਾਰੇ ਵੀਰ ਮਨਮੋਹਨ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ, ਕਿਰਪਾ ਕਰੋ ਜੀ, ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਹਿਬ ਸੰਗਤ ਜੀਓ, ਸਾਰੇ ਹੀ ਵਡਭਾਗੀ ਜੀਵ ਹੋ ਜੋ ਕਿ ਗੁਰਮਤਿ ਦੀ ਇਸ ਕਲਾਸ ਦੇ ਅੰਦਰ ਆਪਣੇ ਜੀਵਨ ਦਾ ਕੁਝ ਸਮਾਂ ਜੋ ਹੈ ਧਰਮ ਲੇਖੇ ਲਾ ਕੇ ਸਫਲ ਕਰ ਰਹੇ ਹਾਂ, ਜੋ ਕਿ ਹਫ਼ਤਾਵਾਰੀ ਕਲਾਸ, ਰੋਜ਼ਾਨਾ ਦੀ ਕਲਾਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਮਰਿਆਦਾ, ਗੁਰਮਤਿ ਦਾ ਫਲਸਫਾ, ਸਿੱਖ ਇਤਿਹਾਸ, ਇਹਦੀ ਜਾਣਕਾਰੀ ਲੈ ਕੇ ਕੁਝ ਕੁ ਆਪਣੀ ਜਾਣਕਾਰੀ ਦੇ ਅੰਦਰ ਵਾਧਾ ਕਰਨ ਦਾ ਅਸੀਂ ਯਤਨ ਕਰਦੇ ਹਾਂ। ਸੋ ਜਿਵੇਂ ਆਪ ਜੀ ਨੇ ਭਾਈ ਸਾਹਿਬ ਜੀ ਤੋਂ, ਵੀਰ ਹਰਜੀਤ ਸਿੰਘ ਜੀ ਪਾਸੋਂ ਸ਼ਰਵਣ ਕੀਤਾ ਹੈ ਕਿ ਅੱਜ ਦਾ ਜੋ ਵਿਸ਼ਾ ਹੈ ਉਹ ਕੌਮ ਦੇ ਇੱਕ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਕਾਰਜਕਾਰਨੀ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਦੇ ਜੀਵਨ ਦੇ ਬਾਰੇ 'ਚ, ਉਹਨਾਂ ਦੀ ਸ਼ਹਾਦਤ ਦੇ ਬਾਰੇ ਵਿੱਚ ਜੋ ਹੈ ਵਿਚਾਰ ਕਰਨੀ ਹੈ, ਜਿਹੜੇ ਕਿ ਸੰਘਰਸ਼ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਐਸੇ ਸ਼ਹੀਦ ਹਨ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਬਹੁਤ ਵੱਡਾ ਕਸ਼ਟ ਹੰਢਾਇਆ, ਬਹੁਤ ਤਸ਼ੱਦਦ ਤੇ ਤਸੀਹੇ ਝੱਲੇ, ਅਤੇ ਜਿਨ੍ਹਾਂ ਨੂੰ ਸਮੇਂ ਦੇ ਜ਼ਾਲਮਾਂ ਨੇ ਸ਼ਹੀਦ ਕਰਕੇ ਸਰੀਰ ਟੋਟੇ ਕਰਕੇ ਜੋ ਸੀ ਉਹ ਦਰਿਆ ਦੇ ਅੰਦਰ ਰੋੜ ਦਿੱਤਾ। ਪਰ ਉਹਨਾਂ ਨੇ ਹੱਕ, ਸੱਚ ਤੇ ਇਨਸਾਫ ਦੀ ਜੋ ਆਵਾਜ਼ ਸੀ ਉਸ ਨੂੰ ਛੱਡਿਆ ਨਹੀਂ ਤੇ ਗੁਰਮਤ ਪਰੰਪਰਾਵਾਂ ਦੇ ਉੱਤੇ ਤੇ ਸੰਘਰਸ਼ ਦੇ ਨਾਲ ਜੁੜ ਕੇ ਆਪਣੇ ਜੀਵਨ ਦੀ ਜੋ ਲੀਲਾ ਸੀ ਉਸ ਨੂੰ ਸਮਾਪਤ ਜ਼ਰੂਰ ਕਰਵਾ ਲਿਆ, ਪਰ ਜੋ ਸੀ ਸਮੇਂ ਦੇ ਜ਼ਾਲਮਾਂ ਦੇ ਅੱਗੇ ਝੁਕੇ ਨਹੀਂ। ਵੈਸੇ ਤਾਂ ਜਦੋਂ ਅਸੀਂ ਸਿੱਖ ਇਤਿਹਾਸ ਵੱਲ ਝਾਤ ਮਾਰਦੇ ਹਾਂ, ਦੁਨੀਆ ਦੇ ਵਿਦਵਾਨਾਂ ਨੂੰ ਪੜ੍ਹਦੇ ਤੇ ਸੁਣਦੇ ਹਾਂ, ਆਮ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ, ਸ਼ਹਾਦਤਾਂ ਨੂੰ ਅਤੇ ਗੁਰੂ ਪ੍ਰਤੀ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਭਾਵਨਾ ਨੂੰ ਦੇਖ ਕੇ ਪੰਥ ਵਾਸਤੇ ਆਪਾ ਵਾਰਨ ਦਾ ਜੋ ਸਿੱਖਾਂ ਦੇ ਅੰਦਰ ਜਨੂਨ ਹੈ ਉਸ ਨੂੰ ਦੇਖਦੇ ਹੋਏ ਪੰਥ ਪ੍ਰਸਤਾਂ ਵਾਸਤੇ ਕਿਸੇ ਵਿਦਵਾਨ ਨੇ ਬੜਾ ਸੁੰਦਰ ਕਰਕੇ ਲਿਖਿਆ, ਇਹ ਸਰਫਰੋਸ਼ਾਂ ਦੀ ਬਸਤੀ ਹੈ, ਇੱਥੇ ਜ਼ਿੰਦਗੀ ਮੌਤੋਂ ਸਸਤੀ ਹੈ, ਮਿੱਟੀ ਵਿੱਚ ਆਪਣਾ ਆਪ ਮਿਲਾ, ਇੱਥੇ ਮਿਲਦੀ ਉੱਚੀ ਹਸਤੀ ਹੈ, ਅਣਖਾਂ ਤੇ ਇੱਜ਼ਤਾਂ ਵਾਲਿਆਂ ਨੂੰ ਨਹੀਂ ਡਰ ਸ਼ਾਹੀ ਦਰਬਾਰਾਂ ਦਾ, ਇਹ ਦੁਨੀਆ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪਾਉਣ ਸਵਾਰਾਂ ਦਾ, ਨੀਹਾਂ ਵਿੱਚ ਜੇ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ। ਜਿਹੜੇ ਅਣਖ ਤੇ ਗੈਰਤ ਵਾਲੇ ਹਨ ਉਹ ਕਦੀ ਝੁਕਦੇ ਨਹੀਂ, ਉਹ ਮਰ ਮਿਟ ਜਾਂਦੇ ਹਨ ਅਤੇ ਸਦਾ ਵਾਸਤੇ ਸੰਸਾਰ ਦੇ ਵਿੱਚ ਅਮਰ ਹੋ ਜਾਂਦੇ ਹਨ। ਉਹਨਾਂ ਦੀਆਂ ਸ਼ਹਾਦਤਾਂ ਜੋ ਨੇ ਉਹ ਸੰਸਾਰ ਦੇ ਅੰਦਰ ਕੌਮਾਂ ਨੂੰ ਜੀਵਨ ਰਾਹ ਜੋ ਨੇ ਉਹ ਦਰਸਾਉਂਦੀਆਂ ਨੇ। ਸ਼ਹੀਦ ਜੋ ਹਨ ਕੌਮੀ ਮੰਜ਼ਲਾਂ ਦੇ ਮੀਲ ਪੱਥਰ ਹੋਇਆ ਕਰਦੇ ਹਨ। ਇਸੇ ਕਰਕੇ ਵਿਦਵਾਨ ਲੋਕੀ ਇਹ ਗੱਲ ਮੰਨਦੇ ਹਨ ਕਿ ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਹੈ, ਕਦੀ ਗਿਣੋ ਨਾ ਇਹਦੇ ਮਰੀਦ ਕਿੰਨੇ, ਬੰਦੇ ਗਿਣੋ ਨਾ ਪਰ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ।
ਭਾਈ ਕੌਮ ਦੇ ਵਿੱਚ ਸ਼ਹੀਦ ਕਿੰਨੇ ਨੇ, ਇਹ ਉਸ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੇ ਸ਼ਹੀਦਾਂ ਦੇ ਵਾਸਤੇ ਵਿਦਵਾਨ ਦੇ ਜੋ ਕਥਨ ਨੇ, ਸਮਿਆਂ ਦੇ ਪੈਂਡੇ ਤੇ ਮੀਲ ਪੱਥਰ ਹੈ ਸ਼ਹੀਦੀ, ਜਿੱਥੇ ਕੌਮ ਨੂੰ ਰਿਜ਼ਕ ਮਿਲੇ ਸੈਲ ਪੱਥਰ ਹੈ ਸ਼ਹੀਦੀ, ਮੁਕਤੀ ਤੋਂ ਵੀ ਪਰੇ ਉੱਚੀ ਪਦਵੀ ਹੈ ਸ਼ਹੀਦੀ, ਸਾਰੀ ਭੁੱਖ ਮਿਟਾ ਦੇਵੇ ਰੂਹ ਹਜਵੀ ਹੈ ਸ਼ਹੀਦੀ, ਗਮੀ ਦਾ ਨਿਸ਼ਾਨ ਨਹੀਂ ਮਹਾਂ ਜਸ਼ਨ ਹੈ ਸ਼ਹੀਦੀ, ਹਰਫਾਂ 'ਚ ਜਵਾਬ ਜਿੱਥੇ ਮਹਾਂ ਪ੍ਰਸ਼ਨ ਹੈ ਸ਼ਹੀਦੀ, ਦਾਤਾ ਦੇ ਦਰਬਾਰ ਗੁੰਜੇ ਐਸੀ ਗਵਾਹੀ ਹੈ ਸ਼ਹੀਦੀ, ਪੀਣ ਪਰਵਾਨੇ ਮਸਤਾਂ ਨੜੇ ਸ਼ਰਬਤ ਇਲਾਈ ਹੈ ਸ਼ਹੀਦੀ। ਸੋ ਸ਼ਰਬਤ ਨੂੰ ਪੀਣ ਵਾਲਿਆਂ ਦੇ ਵਿੱਚ ਇੱਕ ਮਹਾਨ ਸਿੱਖ ਕੌਮ ਦੇ ਆਗੂ, ਧਰਮੀ ਪੁਰਸ਼ ਤੇ ਮਹਾਨ ਸ਼ਹੀਦ ਹੋਏ ਹਨ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ। ਇਹਨਾਂ ਦਾ ਜਨਮ 1949 ਦੇ ਵਿੱਚ ਜਗਰਾਉਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪਿੰਡ ਕੌਂਕੇ ਕਲਾਂ ਵਿੱਚ ਹੋਇਆ। ਪਿਤਾ ਜੀ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਅਤੇ ਮਾਤਾ ਜੀ ਦਾ ਨਾਮ ਚੰਦ ਕੌਰ ਸੀ। ਇਹ ਗੁਰਮੁਖ ਪਰਿਵਾਰ ਸੀ। ਇਹਨਾਂ ਦੇ ਦਾਦਾ ਜੀ ਪੰਥਕ ਵਿਚਾਰਧਾਰਾ ਵਾਲੇ ਅਤੇ ਪੰਥ ਪ੍ਰਸਤਾਂ ਦੇ ਸਾਥੀ ਸਨ। ਬਾਬਾ ਨੰਦ ਸਿੰਘ ਜੀ ਦੇ ਵੀ ਸਾਥੀ ਸਨ ਅਤੇ ਪੰਥ ਦੀ ਸੋਚ ਤੇ ਚੱਲਣ ਵਾਲੇ ਸਨ। ਬਚਪਨ ਤੋਂ ਹੀ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਦੇ ਪਿਤਾ ਜੀ ਤੇ ਫਿਰ ਮਾਤਾ ਜੀ ਅਕਾਲ ਚਲਾਣਾ ਕਰ ਗਏ। ਇਹਨਾਂ ਦੀ ਪਰਵਰਿਸ਼ ਜੋ ਸੀ ਉਹ ਦਾਦਕੇ ਪਰਿਵਾਰ 'ਚ ਹੋਈ ਅਤੇ ਗੁਰਮਤਿ ਦੀ ਕੁਝ ਕੁ ਜੋ ਗੁੜਤੀ ਸੀ ਉਹ ਘਰ ਪਰਿਵਾਰ 'ਚੋਂ ਹੀ ਲੱਭੀ। 7ਵੀਂ ਤੱਕ ਪਿੰਡ ਦੇ ਸਕੂਲ 'ਚ ਹੀ ਇਹਨਾਂ ਨੇ ਜੋ ਸੀ ਉਹ ਵਿਦਿਆ ਹਾਸਲ ਕੀਤੀ। ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਹੋਣ ਦੇ ਨਾਤੇ ਸਿੱਖੀ ਵੱਲ ਪ੍ਰੇਰਿਤ ਸਨ ਅਤੇ ਫਿਰ ਗਿਆਨੀ ਵੀਰ ਸਿੰਘ ਜੀ ਮਦੋਕੇ ਤੇ ਬਾਬਾ ਇੰਦਰ ਸਿੰਘ ਜੀ ਬਦਨੀ ਕਲਾ ਵਾਲਿਆਂ ਤੋਂ ਇਹਨਾਂ ਨੇ ਗੁਰਮਤਿ ਦੀ ਜੋ ਵਿਦਿਆ ਹਾਸਲ ਕੀਤੀ ਅਤੇ ਧਰਮ ਪ੍ਰਚਾਰ ਵਿੱਚ ਆਪਣੀਆਂ ਜੋ ਸਨ ਉਹ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਹਨਾਂ ਦਾ ਜੋ ਸਬੰਧ ਸੀ ਫਿਰ ਧਾਰਮਿਕ ਸੰਸਥਾਵਾਂ, ਸ਼ਖਸੀਅਤਾਂ ਨਾਲ ਬਣ ਗਿਆ। ਇਹ ਟਕਸਾਲ ਦੇ ਵੀ ਸੰਪਰਕ 'ਚ ਆਏ ਤੇ ਗੁਰਮਤਿ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਜੋ ਸੀ ਉਹ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। 1971 ਦੇ ਵਿੱਚ ਇਹਨਾਂ ਦਾ ਜੋ ਆਨੰਦ ਕਾਰਜ ਸੀ ਬੀਬੀ ਗੁਰਮੇਲ ਕੌਰ ਜੀ ਦੇ ਨਾਲ ਹੋਇਆ। ਇਹਨਾਂ ਦੇ ਘਰ 3 ਪੁੱਤਰ ਤੇ 4 ਧੀਆਂ ਦੀ ਸਤਿਗੁਰੂ ਨੇ ਦਾਤ ਜੋ ਸੀ ਬਖਸ਼ੀ। 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਰੋਸ ਦੀ ਲਹਿਰ ਸੀ ਅਤੇ ਪੰਥ ਜੋ ਸੀ ਉਹ ਇੱਕ ਜੋ ਸੀ ਫੈਸਲਾਕੁਨ ਲੜਾਈ ਵਾਲੇ ਪਾਸੇ ਜੋ ਸੀ ਚੱਲ ਪਿਆ ਸੀ, ਜਿਹਦਾ ਵਰਣਨ ਅਸੀਂ ਕਈ ਵਾਰ ਕਰ ਚੁੱਕੇ ਹਾਂ। ਨਤੀਜਾ ਇਹ ਨਿਕਲਿਆ ਕਿ ਸਿੱਖਾਂ ਦੇ ਕਾਤਲਾਂ ਨੂੰ ਜੋ ਸੀ ਸਰਕਾਰੀ ਪੁਸ਼ਤਪਨਾਹੀ ਮਿਲਣਾ ਸ਼ੁਰੂ ਹੋ ਗਈ ਤੇ ਜੋ ਕੋਈ ਪੰਥ ਦੀ ਗੱਲ ਕਰੇ ਜਾਂ ਪੰਥ ਵਾਸਤੇ ਜੂਝੇ ਜਾਂ ਕਿਸੇ ਜ਼ਾਲਮ ਦੇ ਵਿਰੁੱਧ ਆਵਾਜ਼ ਚੁੱਕੇ ਜਾਂ ਕਿਸੇ ਜ਼ਾਲਮ ਨੂੰ ਸੋਧ ਦੇਵੇ, ਉਹਨਾਂ ਦੇ ਉੱਤੇ ਤਸ਼ੱਦਦ ਜੇਲ੍ਹਾਂ ਤੇ ਝੂਠੇ ਪੁਲਿਸ ਮੁਕਾਬਲੇ ਜੋ ਸਨ ਕੀਤੇ ਜਾਂਦੇ ਸਨ, ਜਿਸ ਦਾ ਫਿਰ ਸਿੱਟਾ ਧਰਮ ਯੁੱਧ ਮੋਰਚਾ। ਤੇ ਧਰਮ ਯੁੱਧ ਮੋਰਚੇ ਦੇ ਵਿੱਚ ਜੋ ਸੀ ਅਨੇਕਾਂ ਤਸ਼ੱਦਦ ਤਸੀਹੇ ਝੱਲਣ ਤੋਂ ਬਾਅਦ ਕਈ ਸਿੰਘਾਂ ਦੀ ਜੇਲ੍ਹਾਂ ਦੀਆਂ ਯਾਤਰਾਵਾਂ, ਕਈ ਸਿੰਘਾਂ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਅੰਤ ਜੋ ਸੀ ਸਾਕਾ ਨੀਲਾ ਤਾਰਾ ਸਰਕਾਰ ਵੱਲੋਂ ਕਰਕੇ ਸਿੱਖਾਂ ਦੇ ਧਾਰਮਿਕ ਸਰਵਉੱਚ ਸਥਾਨ ਜੋ ਸੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਸਿੱਖਾਂ ਦੇ ਜੋ ਹਿਰਦੇ ਸਨ ਉਹਨਾਂ ਨੂੰ ਵਿਲੂੰਦਰ ਕੇ ਰੱਖ ਦਿੱਤਾ। ਹਰ ਸਿੱਖ ਦਾ ਜੋ ਹਿਰਦਾ ਸੀ ਉਹ ਵਿਲੂੰਦਰਿਆ ਹੋਇਆ ਸੀ। ਹਰ ਸਿੱਖ ਆਪਣੇ ਤੌਰ ਦੇ ਉੱਤੇ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ ਤੇ ਸਮਝ ਰਿਹਾ ਸੀ ਕਿ ਜਿਸ ਦੇਸ਼ ਦੇ ਵਾਸਤੇ ਅਸੀਂ ਆਪਣਾ ਸਭ ਕੁਝ ਵਾਰਿਆ ਤੇ ਕੁਰਬਾਨੀਆਂ ਗਏ, ਜਿਸ ਦੇਸ਼ ਦੇ ਵਾਸਤੇ ਆਪਣਾ ਸਭ ਕੁਝ ਛੱਡ ਕੇ ਆਏ ਸਾਂ, ਉਸ ਧਰਤੀ ਦੇ ਉੱਤੇ ਸਾਡੇ ਨਾਲ ਇੱਕ ਬਹੁਤ ਵੱਡਾ ਧਰੋਹ ਤੇ ਧੋਖਾ ਕੀਤਾ ਗਿਆ ਹੈ। ਇਹ ਵੀ ਪਿੰਡ ਤੋਂ ਉਸ ਸਮੇਂ ਜਦੋਂ ਪੂਰੇ ਭਾਰਤ ਵਰਸ਼ ਦੇ ਅੰਦਰ ਅਤੇ ਵਿਸ਼ਵ ਦੇ ਅੰਦਰ ਜੋ ਸੀ ਰੋਸ ਪ੍ਰਦਰਸ਼ਨ ਚੱਲ ਰਹੇ ਸਨ, ਪੰਜਾਬ ਦੇ ਵਿੱਚੋਂ ਸੰਗਤਾਂ ਥਾਂ ਥਾਂ ਤੋਂ ਆਪਣੇ ਉਸ ਸਰਵਉੱਚ ਧਾਰਮਿਕ ਸਥਾਨ ਲਈ ਆਪਾ ਵਾਰਨ ਦੇ ਵਾਸਤੇ ਨਿਕਲਦੀਆਂ ਸਨ ਤੇ ਭਾਈ ਸਾਹਿਬ ਜੀ ਵੀ ਪਿੰਡ ਤੋਂ ਇੱਕ ਜਥਾ ਲੈ ਕੇ ਦਰਬਾਰ ਸਾਹਿਬ ਵੱਲ ਚਲੇ। ਇਹਨਾਂ ਨੂੰ ਲੁਧਿਆਣੇ ਗ੍ਰਿਫਤਾਰ ਕਰ ਲਿਆ ਗਿਆ। ਕਈ ਮਹੀਨੇ ਤੱਕ ਇਹ ਜੇਲ੍ਹ 'ਚ ਰਹੇ। ਫਿਰ ਜਦੋਂ ਰਿਹਾ ਹੋਏ ਤੇ ਰਿਹਾ ਹੋਣ ਤੋਂ ਬਾਅਦ ਇਹਨਾਂ ਨੇ ਫਿਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਪੰਥਕ ਸੇਵਾਵਾਂ ਵੱਲ ਜੋ ਸੀ ਆਪਣਾ ਯੋਗਦਾਨ ਜੋ ਸੀ ਪਾਉਣਾ ਸ਼ੁਰੂ ਕਰ ਦਿੱਤਾ। ਇਧਰ ਦਰਬਾਰ ਸਾਹਿਬ ਤੇ ਹਮਲੇ ਅਤੇ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਕੁਝ ਕੁ ਸਿੰਘ ਜੋ ਸਨ ਉਹ ਜ਼ਾਲਮਾਂ ਤੋਂ ਬਦਲਾ ਲੈਣ ਅਤੇ ਹਕੂਮਤ ਹਿੰਦ ਵਿਰੁੱਧ ਆਪਣੀਆਂ ਜ਼ਿੰਦੜੀਆਂ ਜੋ ਸਨ ਉਹ ਪੰਥ ਲਈ ਵਾਰਨ ਵਾਸਤੇ ਮੈਦਾਨੇ ਜੰਗ ਵਿੱਚ ਨਿਤਰ ਚੁੱਕੇ ਸਨ। ਸਰਕਾਰ ਦੇ ਨਾਲ ਦੋ ਹੱਥ ਕਰਨ ਵਾਸਤੇ ਦਿਨ ਰਾਤ ਜੋ ਸਨ ਉਹ ਜੂਝ ਰਹੇ ਸਨ। ਆਪਾ ਵਾਰਨ ਲਈ ਹਥਿਆਰਬੰਦ ਹੋ ਕੇ ਜੂਝਣ ਵਾਲੇ ਇਹ ਜੋ ਸਿੰਘ ਸਨ ਜਾਂ ਤਾਂ ਕਿਤੇ ਮੁਕਾਬਲਿਆਂ ਸ਼ਹੀਦ ਹੋ ਜਾਂਦੇ ਜਾਂ ਕਿਤੇ ਗ੍ਰਿਫਤਾਰ ਕਰ ਲਏ ਜਾਂਦੇ ਅਤੇ ਅੰਨਾ ਤਸ਼ੱਦਦ ਝੱਲਦੇ ਹੋਏ ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਸੀ। ਸਰਕਾਰ ਹਿੰਦ ਇਹ ਸੋਚ ਰਹੀ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਅਤੇ ਦਿੱਲੀ ਕਤਲੇਆਮ ਅਤੇ ਪੰਜਾਬ 'ਚ ਕੀਤੀ ਜਾ ਰਹੀ ਸਖਤੀ ਤਸ਼ੱਦਦ ਕਾਰਨ ਸਿੱਖ ਜੋ ਨੇ ਉਹ ਸਿਰ ਨਹੀਂ ਚੁੱਕ ਸਕਣਗੇ
ਪਰ ਅਣਖੀ ਗੁਰੂ ਕਾ ਖਾਲਸਾ ਕਦੋਂ ਦੱਬਣ ਤੇ ਝੁਕਣ ਵਾਲਾ ਸੀ, ਉਹ ਤਾਂ ਹਰ ਜ਼ੁਲਮ ਦੇ ਵਿੱਚ ਹੋਰ ਜ਼ਿਆਦਾ ਵੱਧਦਾ ਤੇ ਫੁੱਲਦਾ ਹੈ। 31 ਅਕਤੂਬਰ 1985 ਨੂੰ ਦੀਵਾਨ ਮੰਜੀ ਹਾਲ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਸੀ ਬਹੁਤ ਵੱਡਾ ਦੀਵਾਨ ਸਜਾਇਆ ਗਿਆ, ਜਿਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਭਾਰੀ ਇਕੱਠ ਹੋਇਆ। ਸੰਗਤਾਂ ਦੇ ਜੋਸ਼ ਤੇ ਇਕੱਠ ਨੇ ਇੱਥੇ ਸਰਕਾਰ ਦਾ ਜੋ ਭੁਲੇਖਾ ਸੀ ਉਹ ਕੱਢ ਦਿੱਤਾ। ਨਾਲ ਹੀ ਪੰਥ ਲਈ ਜੂਝਣ ਵਾਲਿਆਂ ਦੇ ਹੌਸਲੇ ਜੋ ਸਨ ਉਹ ਹੋਰ ਵੀ ਬੁਲੰਦ ਹੋ ਗਏ ਤੇ ਸਿੱਖ ਸੰਗਤਾਂ ਜੋ ਸਨ, ਪੰਥ 'ਚ ਕੋਈ ਡਰ ਭੈ ਜੋ ਸੀ ਉਹਨਾਂ ਵਿੱਚ ਨਹੀਂ ਰਿਹਾ, ਸਗੋਂ ਉਹ ਸਰਕਾਰ ਵਿਰੁੱਧ ਤੇ ਆਪਣੇ ਸ਼ਹੀਦਾਂ ਜੁਝਾਰੂਆਂ ਨਾਲ ਚਟਾਨ ਬਣ ਕੇ ਖੜੇ ਹੋਣ ਦੇ ਲਈ ਜੋ ਸਨ ਉਹ ਵਚਨਬੱਧ ਸਨ। ਰਵਾਇਤੀ ਸਿੱਖ ਅਕਾਲੀ ਲੀਡਰਸ਼ਿਪ ਜੋ ਸੀ ਉਹ ਉਸ ਵੇਲੇ ਜੇਲ੍ਹਾਂ 'ਚ ਸੀ, ਜੋ ਉਹ ਬਾਹਰ ਸਨ ਉਹ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਹੇ ਸਨ ਅਤੇ ਜੋ ਸੀ ਉਹ ਸਮਾਂ ਲੰਘਾਉਣ ਦੇ ਯਤਨ ਵਿੱਚ ਸਨ। ਖਾੜਕੂ ਧਿਰਾਂ 'ਚ ਬਹੁਤੇ ਜੋ ਸਨ ਉਹ ਉਸ ਵੇਲੇ ਟਕਸਾਲ ਦੇ ਨਾਲ ਸੰਬੰਧਿਤ ਸਨ ਨੌਜਵਾਨ। 28-29 ਦਸੰਬਰ ਨੂੰ ਚੌਕ ਮਹਿਤੇ ਸੰਗਤਾਂ ਦਾ ਇੱਕ ਬਹੁਤ ਵੱਡਾ ਇਕੱਠ ਜੋ ਸੀ ਸੱਦਿਆ ਗਿਆ। ਇੱਥੇ ਫੈਸਲਾ ਲਿਆ ਗਿਆ ਕਿ ਸੰਘਰਸ਼ ਦੀ ਅਗਲੀ ਰਣਨੀਤੀ ਜੋ ਸੀ ਉਸ ਨੂੰ ਕੀ ਕਰਨਾ ਹੈ, ਕਿਵੇਂ ਚਲਾਉਣਾ ਹੈ, ਤੇ ਇੱਥੇ ਹੀ ਇੱਕ ਫੈਸਲਾ ਹੋਇਆ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਅਤੇ ਸਰਕਾਰ ਵੱਲੋਂ ਤਿਆਰ ਜੋ ਅਕਾਲ ਤਖਤ ਸਾਹਿਬ ਦੀ ਇਮਾਰਤ ਲਈ ਫੈਸਲਾ ਜੋ ਹੈ ਉਸ ਸਰਬੱਤ ਜੋ ਹੈ ਖਾਲਸੇ ਦੇ ਵਿੱਚ ਲਿਆ ਜਾਵੇ, ਕਿਉਂਕਿ ਉਸ ਬਿਲਡਿੰਗ ਨੂੰ ਪੰਥ ਜੋ ਸੀ ਪ੍ਰਵਾਨ ਨਹੀਂ ਸੀ ਕਰ ਰਿਹਾ। ਦਿੱਲੀ ਸਰਕਾਰ ਇਸ ਇਕੱਠ ਨੂੰ ਹਰ ਹੀਲੇ ਰੋਕਣ ਲਈ ਜੋ ਸੀ ਉਹ ਯਤਨ ਕਰ ਰਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਵੀ ਸਿੱਖ ਜੋ ਨੇ ਇੱਕ ਪਲੇਟਫਾਰਮ ਦੇ ਉੱਤੇ ਕਿਤੇ ਸਰਬੱਤ ਖਾਲਸੇ ਦੇ ਰੂਪ ਵਿੱਚ ਇਕੱਠੇ ਨਾ ਹੋ ਜਾਣ। ਇਧਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਵੀ ਇਸ ਇਕੱਠ ਰਾਹੀਂ ਸਿੱਖ ਲੀਡਰਸ਼ਿਪ ਤੇ ਤਾਕਤ ਜੋ ਸੀ ਉਸ ਨੂੰ ਨਵੀਂ ਦਿਸ਼ਾ ਵੱਲ ਖਿਸਕਦੀ ਨਜ਼ਰ ਆ ਰਹੀ ਸੀ। ਜਥੇਦਾਰ ਗੁਰਚਰਨ ਸਿੰਘ ਨੇ ਵੀ ਸਿੱਖ ਇਕੱਠ ਦੀ ਦਬੀ ਜ਼ਬਾਨ 'ਚ ਹਾਮੀ ਭਰਨੀ ਸ਼ੁਰੂ ਕੀਤੀ ਤੇ 23 ਜਨਵਰੀ ਨੂੰ ਇਹ ਇੱਕ ਕਿ ਭਾਈ 27 ਜਨਵਰੀ ਨੂੰ ਅਸੀਂ ਇਸ ਇਕੱਠ ਨੂੰ ਬੁਲਾਈਏ। ਖਾੜਕੂ ਧਿਰਾਂ ਨੇ ਪਹਿਲਾਂ ਹੀ ਇਹ ਸਰਬੱਤ ਖਾਲਸੇ ਦੇ ਨਾਂ ਹੇਠ ਜੋ ਸੀ ਇਕੱਠ 26 ਜਨਵਰੀ ਨੂੰ ਐਲਾਨ ਕਰ ਦਿੱਤਾ ਤੇ 16 ਜਨਵਰੀ ਨੂੰ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਅਖੰਡ ਪਾਠ ਜੋ ਸਨ ਉਹ ਸ਼ੁਰੂ ਕਰ ਦਿੱਤੇ ਗਏ ਸਨ। ਟੋੜਾ ਨੇ 22 ਜਨਵਰੀ ਨੂੰ ਅਕਾਲ ਤਖਤ ਸਾਹਿਬ ਜੀ ਦੀ ਕਾਰ ਸੇਵਾ ਜੋ ਸੀ ਉਹ ਖਾੜਕੂਆਂ ਦੇ ਰੋਹ ਨੂੰ ਘੱਟ ਕਰਨ ਦੇ ਵਾਸਤੇ ਜੋ ਸੀ ਉਹ ਉਸ ਵੇਲੇ ਟਕਸਾਲ ਦੇ ਹਵਾਲੇ ਕਰ ਦਿੱਤੀ। 26 ਜਨਵਰੀ 1986 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਰੀ ਇਕੱਠ ਹੋਇਆ। ਇਹ ਸਰਬੱਤ ਖਾਲਸਾ ਵਿੱਚ ਬੇਸ਼ੁਮਾਰ ਸੰਗਤਾਂ ਹਰ ਥਾਂ ਤੋਂ ਇਕੱਠੀਆਂ ਹੋਈਆਂ। ਇਸ ਸਰਬੱਤ ਖਾਲਸਾ ਦੇ ਵਿੱਚ 23 ਜੋ ਸਨ ਉਹ ਮਤੇ ਪਾਸ ਕੀਤੇ ਗਏ ਤੇ ਉਹਨਾਂ ਦੇ ਵਿੱਚੋਂ ਕਿਰਪਾਲ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਥਾਂ ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੋ ਸੀ ਉਹ ਥਾਪ ਦਿੱਤਾ। ਉਹ ਉਸ ਵਕਤ ਜੇਲ੍ਹ ਵਿੱਚ ਸਨ ਅਤੇ ਇਸ ਚੀਜ਼ ਨੂੰ ਮੁੱਖ ਰੱਖ ਕੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕਾਰਜਕਾਰੀ ਜੋ ਜਥੇਦਾਰ ਸੀ ਉਹ ਨਿਯੁਕਤ ਕੀਤਾ ਗਿਆ। ਨਾਲ ਹੀ ਇੱਕ 5 ਮੈਂਬਰੀ ਪੰਥਕ ਕਮੇਟੀ ਜੋ ਸੀ ਉਹ ਬਣਾ ਲਈ ਗਈ, ਜਿਸ ਨੇ ਪੰਥ ਦੇ ਮਸਲਿਆਂ ਨੂੰ ਦੇਖਣਾ ਸੀ। ਉਹਨਾਂ ਦੇ ਵਿੱਚ ਭਾਈ ਧੰਨਾ ਸਿੰਘ ਜੀ, ਭਾਈ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਲ, ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ, ਭਾਈ ਅਰੂੜ ਸਿੰਘ ਜੀ ਤੇ ਭਾਈ ਜਫਰਵਾਲ ਵਸੰਤ ਸਿੰਘ ਜਫਰਵਾਲ ਸਨ। ਭਾਈ ਗੁਰਦੇਵ ਸਿੰਘ ਜੀ ਦੀ ਸ਼ਖਸੀਅਤ, ਜੀਵਨ, ਪੰਥਕ ਪਿਆਰ ਕਰਨੀ ਜੋ ਸੀ ਐਸੀ ਸੀ ਕਿ ਇਹਨਾਂ ਦੀ ਨਿਯੁਕਤੀ ਨੂੰ ਹਰ ਸੰਸਥਾ ਨੇ ਲਗਭਗ ਪ੍ਰਵਾਨ ਕਰ ਲਿਆ। ਕੋਈ ਵੀ ਜੋ ਸੀ ਉਹ ਵਿਰੋਧ ਦੇ ਵਿੱਚ ਨਾ ਆਇਆ। ਉਹਨਾਂ ਦਾ ਆਪਣਾ ਜੀਵਨ ਜੋ ਸੀ ਉਹ ਬੜਾ ਹੀ ਉੱਚ ਦਰਜੇ ਦਾ ਗੁਰਮੁਖਤਾਈ ਵਾਲਾ ਜੀਵਨ ਦੱਸਿਆ ਜਾਂਦਾ ਸੀ। ਪੈਰ ਰਾਤ ਰਹਿਣ ਦੀ ਜਾਗਦੇ ਤੇ ਬੜੇ ਹੀ ਜੋ ਸਨ ਉਹ ਉਹਨਾਂ ਦਾ ਸੁਭਾਅ ਗੁਰਮਤਿ ਪ੍ਰਚਾਰ ਪ੍ਰਸਾਰ ਵਾਲੇ ਅਤੇ ਹਰ ਵੇਲੇ ਜੋ ਸਨ ਉਹ ਆਪਣੇ ਆਪ ਨੂੰ ਪੰਥ ਤੇ ਸਿੱਖੀ ਨੂੰ ਸਮਰਪਿਤ ਜੋ ਸੀ ਕਰਦੇ ਸਨ। ਭਾਈ ਸਾਹਿਬ ਨੇ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਆਪਣੇ ਫਰਜ਼ ਜੋ ਸਨ ਉਹ ਬਾਖੂਬੀ ਨਿਭਾਉਣੇ ਸ਼ੁਰੂ ਕਰ ਦਿੱਤੇ। ਉਹ ਸਿੱਖੀ ਪ੍ਰਚਾਰ ਪ੍ਰਸਾਰ ਦੇ ਨਾਲ ਪੰਥਕ ਮਸਲਿਆਂ ਪ੍ਰਤੀ ਵੀ ਆਪਣਾ ਯੋਗਦਾਨ ਪਾਉਣ ਲੱਗ ਪਏ। ਸਿੱਖ ਸੰਸਥਾਵਾਂ ਜਥੇਬੰਦੀਆਂ ਦੇ ਆਗੂ ਉਹਨਾਂ ਕੋਲ ਆਉਂਦੇ, ਸਲਾਹ ਮਸ਼ਵਰਾ ਕਰਦੇ। ਭਾਈ ਸਾਹਿਬ ਸਿੱਖ ਸੰਸਥਾਵਾਂ ਜਥੇਬੰਦੀਆਂ ਦੀ ਆਪਣੀ ਤਾਲਮੇਲ ਲਈ ਜੋ ਸਨ ਉਹ ਇੱਕ ਕੜੀ ਬਣ ਰਹੇ ਸਨ। ਉਹਨਾਂ ਦੇ ਵਿੱਚ ਜੋ ਸੀ ਏਕਤਾ, ਪਰਸਪਰ ਪਿਆਰ ਜੋ ਸੀ ਉਹਨੂੰ ਪੈਦਾ ਕਰਨ ਦਾ ਯਤਨ ਕਰ ਰਹੇ ਸਨ। ਭਾਈ ਸਾਹਿਬ ਨੇ ਸਿੱਖਾਂ ਦੇ ਮਸਲਿਆਂ ਤੇ ਹਰ ਸਟੇਜ ਤੇ ਗੱਲ ਕਰਨ ਦੇ ਨਾਲ ਨਾਲ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਹੋ ਰਹੇ ਤਸ਼ੱਦਦ, ਜੇਲ੍ਹਾਂ 'ਚ ਬੰਦ ਸਿੱਖ, ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਆਵਾਜ਼ ਜੋ ਸੀ ਉਹ ਬੁਲੰਦ ਕਰਨੀ ਸ਼ੁਰੂ ਕੀਤੀ ਅਤੇ ਸੰਗਤਾਂ ਨੂੰ ਸੰਘਰਸ਼ ਲਈ ਜੋ ਸੀ ਲਾਮਬੱਧ ਵੀ ਕਰਦੇ ਸਨ। ਭਾਈ ਸਾਹਿਬ ਜੀ ਨੇ ਜੋ ਝੂਠੇ ਪੁਲਿਸ ਮੁਕਾਬਲੇ ਜਾਂ ਜੇਲ੍ਹਾਂ 'ਚ ਬੰਦ ਸਿੱਖ ਜਾਂ ਜੋ ਤਸ਼ੱਦਦ ਸਹਾਰਨ ਵਾਲੇ ਸਿੱਖ ਸਨ, ਉਹਨਾਂ ਦੇ ਵਾਸਤੇ ਕੁਝ ਬੁੱਧਜੀਵੀਆਂ ਦੇ ਨਾਲ ਸਲਾਹ ਮਸ਼ਵਰਾ ਸ਼ੁਰੂ ਕਰਕੇ ਇੱਕ ਕਮੇਟੀ ਬਣਾਉਣ ਦਾ ਵੀ ਯਤਨ ਆਰੰਭਿਆ ਕਿ ਉਹ ਕਮੇਟੀ ਜੋ ਹੈ ਇਹਨਾਂ ਦੇ ਮਸਲਿਆਂ ਨੂੰ, ਇਹਨਾਂ ਦੇ ਜੋ ਕੇਸਾਂ ਦੀ ਪੈਰਵੀ ਅਤੇ ਜਿੱਥੇ ਕਿਤੇ ਵੀ ਕੋਈ ਤਸ਼ੱਦਦ ਹੁੰਦਾ ਹੈ, ਕੋਈ ਝੂਠਾ ਪੁਲਿਸ ਮੁਕਾਬਲਾ ਹੁੰਦਾ ਹੈ, ਉਸ ਨੂੰ ਸੰਸਾਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਜਾਂ ਸੰਗਤਾਂ ਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇ, ਉਸ ਦੇ ਉੱਤੇ ਵੀ ਭਾਈ ਸਾਹਿਬ ਜੀ ਕੰਮ ਕਰ ਰਹੇ ਸਨ।
ਦੂਜੇ ਪਾਸੇ ਹਿੰਦ ਸਰਕਾਰ ਤੇ ਪੰਜਾਬ ਸਰਕਾਰ ਇਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ, ਨਿਸ਼ਠਾ, ਸੰਗਤਾਂ ਨੂੰ ਲਾਮਬੰਦ ਕਰਨਾ ਆਪਣੇ ਲਈ ਜੋ ਸੀ ਉਹ ਖਤਰੇ ਦੀ ਘੰਟੀ ਸਮਝ ਰਹੀ ਸੀ। ਇਹ ਵੈਸੇ ਵੀ ਸਰਕਾਰ ਦੀਆਂ ਅੱਖਾਂ 'ਚ ਰੜਕ ਰਹੇ ਸਨ, ਕਿਉਂਕਿ ਇੱਕ ਤਾਂ ਖਾੜਕੂ ਧਿਰਾਂ ਵੱਲੋਂ ਸਥਾਪਿਤ ਕੀਤੇ ਗਏ ਜਥੇਦਾਰ ਸਨ, ਦੂਜਾ ਸਰਬ ਪ੍ਰਵਾਨਿਤ ਸਨ। ਸਰਕਾਰ ਸਮਝਦੀ ਸੀ ਕਿ 1984 ਤੋਂ ਬਾਅਦ ਆਗੂਹੀਨ ਤੇ ਦਿਸ਼ਾਹੀਨ ਕੀਤੀ ਗਈ ਸਿੱਖ ਕੌਮ ਨੂੰ ਗੁਰਦੇਵ ਸਿੰਘ ਕੌਂਕੇ ਦੇ ਰੂਪ 'ਚ ਇੱਕ ਸਰਬ ਪ੍ਰਵਾਨਿਤ ਆਗੂ ਜੋ ਹੈ ਮਿਲ ਗਿਆ ਹੈ, ਜੋ ਸਿੱਖ ਕੌਮ ਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਝੰਡੇ ਥੱਲੇ ਇਕੱਠਾ ਕਰਕੇ ਫਿਰ ਤੋਂ ਇੱਕ ਨਿਸ਼ਾਨੇ ਦਿਸ਼ਾ ਵੱਲ ਜੋ ਹੈ ਲਾਮਬੰਦ ਕਰ ਸਕਦਾ ਹੈ। ਸਭ ਤੋਂ ਵੱਡੀ ਗੱਲ ਸੀ ਕਿ ਇਹ ਹਥਿਆਰਬੰਦ ਜੁਝਾਰੂ ਸਿੰਘਾਂ ਜਥੇਬੰਦੀਆਂ ਵੱਲੋਂ ਸਥਾਪਿਤ ਤੇ ਪ੍ਰਵਾਨਿਤ ਕੀਤੇ ਗਏ ਸਨ। ਉਹ ਇਹਨਾਂ ਤੇ ਵਿਸ਼ਵਾਸ ਤੇ ਭਰੋਸਾ ਵੀ ਰੱਖਦੇ ਸਨ। ਸਰਕਾਰ ਸਿੱਖ ਆਗੂਆਂ ਨੂੰ ਸਿੱਖਾਂ 'ਚ ਨਾ ਭਰੋਸੇਯੋਗ, ਵਿਸ਼ਵਾਸਹੀਨ ਤੇ ਸ਼ੱਕੀ ਬਣਾ ਕੇ ਰੱਖਣਾ ਚਾਹੁੰਦੀ ਸੀ, ਤਾਂ ਕਿ ਸਿੱਖ ਆਪਣੇ ਹੀ ਆਗੂਆਂ ਪ੍ਰਤੀ ਬਗਾਵਤੀ ਬਣ ਕੇ ਧੜਿਆਂ ਵਿੱਚ ਵੰਡੇ ਰਹਿਣ, ਆਪਸੀ ਖਾਣੀ ਜ਼ਿੰਦਗੀ ਦਾ ਸ਼ਿਕਾਰ ਹੁੰਦੇ ਰਹਿਣ ਅਤੇ ਇਹਨਾਂ ਦੇ ਵਿੱਚ ਏਕਤਾ ਇਤਫਾਕ ਨਾ ਹੋ ਸਕੇ। ਸਰਕਾਰ ਸਿੱਖਾਂ ਦੀ ਇਸ ਲਹਿਰ ਨੂੰ ਕੁਚਲਣ ਤੇ ਦਬਾਉਣਾ ਚਾਹੁੰਦੀ ਸੀ। ਉਹ ਹਰ ਹੀਲਾ ਇਸ ਲਹਿਰ ਨੂੰ ਬਦਨਾਮ ਕਰਨ ਲਈ ਵਰਤ ਰਹੀ ਸੀ। ਏਜੰਸੀਜ਼ ਆਪਣੇ ਬੰਦੇ ਹਥਿਆਰਬੰਦ ਖੜਕੂ ਸਭਾ ਵਿੱਚ ਪਾਉਣ ਦੀ ਕੋਸ਼ਿਸ਼ਾਂ ਜੋ ਸਨ ਉਹ ਕਰ ਰਹੀਆਂ ਸਨ, ਤਾਂ ਕਿ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਇੱਕ ਤਾਂ ਸੰਘਰਸ਼ ਪ੍ਰਤੀ ਜੋ ਹੈ ਆਮ ਜਨਤਾ ਤੇ ਸੰਗਤਾਂ ਦੇ ਵਿੱਚ ਭਰਮ ਤੇ ਨਫ਼ਰਤ ਪੈਦਾ ਕੀਤਾ ਜਾਵੇ, ਨਾਲ ਹੀ ਮਿਲਦੀ ਜੋ ਹਮਦਰਦੀ ਹੈ ਉਸ ਦੇ ਉੱਤੇ ਵੀ ਰੋਕ ਲਾਈ ਜਾਵੇ। ਭਾਈ ਸਾਹਿਬ ਜੀ ਦਾ ਖਾੜਕੂ ਧਿਰਾਂ ਸਿੱਖ ਸੰਸਥਾਵਾਂ 'ਚ ਪੂਰਾ ਸਤਿਕਾਰ ਤੇ ਸੰਪਰਕ ਸੀ। ਉਹ ਜਿੱਥੇ ਸੰਗਤਾਂ 'ਚ ਪ੍ਰਚਾਰ, ਉੱਥੇ ਨਾਲ ਹੀ ਸੰਘਰਸ਼ ਯੁੱਗ ਦੇ ਜੁਝਾਰੂਆਂ ਨਾਲ ਵੀ ਸੰਪਰਕ ਬਣਾਉਣ ਤੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਪਰੰਪਰਾਵਾਂ ਵਿੱਚ ਰਹਿ ਕੇ ਪੰਥਕ ਤੇ ਗੁਰੂ ਪਾਤਸ਼ਾਹ ਦੇ ਭੈ ਭੈਣੀ ਵਿੱਚ ਰਹਿ ਕੇ ਵਿਚਰਨ ਲਈ ਪ੍ਰੇਰਦੇ ਤੇ ਸਰਕਾਰੀ ਚਾਲਾਂ ਸੰਭਾਵੀ ਖਤਰਿਆਂ ਮਨਸੂਬਿਆਂ ਤੋਂ ਸੁਚੇਤ ਕਰਦੇ ਸਨ। 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਕੰਪਲੈਕਸ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਕਾਨਫਰੰਸ 'ਚ ਉਹਨਾਂ ਨੇ ਸਿੱਖ ਹੋਮਲੈਂਡ ਖਾਲਿਸਤਾਨ ਦੀ ਘੋਸ਼ਣਾ ਕਰ ਦਿੱਤੀ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਪੰਥਕ ਕਮੇਟੀ ਦੇ ਜੋ ਸਿੰਘ ਸਨ ਉਹ ਉੱਥੋਂ ਰੂਪੋਸ਼ ਹੋ ਗਏ ਅਤੇ ਨਾਲ ਹੀ ਹੋਰ ਜੁਝਾਰੂ ਸਿੰਘ ਜੋ ਸਨ ਉਹ ਵੀ ਕੰਪਲੈਕਸ ਜੋ ਸਨ ਉਹਨੂੰ ਛੱਡ ਕੇ ਚਲੇ ਗਏ। ਭਾਵੇਂ ਭਾਈ ਸਾਹਿਬ ਜੀ ਦਾ ਇਸ ਦੇ ਨਾਲ ਕੋਈ ਸਬੰਧ ਨਹੀਂ ਸੀ, ਪਰ ਉਹ ਜਾਣਦੇ ਸਨ ਕਿ ਇਹ ਜੁਝਾਰੂ ਜੋ ਨੇ ਇਹ ਗੁਰੂ ਪੰਥ ਨੂੰ ਸਮਰਪਿਤ ਨੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਵਿਰੁੱਧ ਵਿੱਚ ਉੱਠ ਕੇ ਜ਼ਾਲਮ ਸਰਕਾਰ ਦੇ ਨਾਲ ਜੋ ਨੇ ਆਪਣੇ ਘਰ ਦੇ ਸੁੱਖ ਆਰਾਮ ਤਿਆਗ ਕੇ ਜੋ ਨੇ ਉਹ ਜੂਝ ਰਹੇ ਨੇ, ਆਪਾ ਵਾਰਨ ਲਈ ਤਿਆਰ ਹਨ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ, ਸਰਕਾਰੀ ਏਜੰਸੀ ਜੋ ਸਨ ਉਹ ਹੋਰ ਵੀ ਚੌਕੰਨਾ ਹੋ ਗਈਆਂ। ਉਹਨਾਂ ਨੇ ਉਸੇ ਵੇਲੇ ਬਰਨਾਲਾ ਨੂੰ ਜੋ ਸੀ ਉਸ ਨੂੰ ਤਲਬ ਕਰ ਲਿਆ। ਕੇਂਦਰ ਸਰਕਾਰ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਘੂਰਿਆ, ਤਲਬ ਕੀਤਾ ਅਤੇ ਇਹ ਗੱਲ ਕਹਿ ਦਿੱਤੀ ਕਿ ਭਾਈ ਤੈਨੂੰ ਜੋ ਇਹ ਦਰਬਾਰ ਸਾਹਿਬ ਦੇ ਵਿੱਚ ਇਹ ਜੋ ਕੁਝ ਹੋ ਰਿਹਾ ਹੈ ਇਸ ਨੂੰ ਰੋਕਣਾ ਪਵੇਗਾ। ਭਾਈ ਸਾਹਿਬ ਨੇ ਦੱਸਿਆ, ਜਦੋਂ ਭਾਈ ਸਾਹਿਬ ਤੱਕ ਇਹ ਗੱਲ ਪਹੁੰਚੀ ਤਾਂ ਭਾਈ ਸਾਹਿਬ ਨੇ ਬਰਨਾਲੇ ਨੂੰ ਦੱਸਿਆ ਕਿ ਪੰਥਕ ਕਮੇਟੀ ਦਾ ਕੋਈ ਵੀ ਮੈਂਬਰ ਕੰਪਲੈਕਸ ਵਿੱਚ ਨਹੀਂ ਹੈ, ਨਾ ਹੀ ਕੋਈ ਹੋਰ ਹਥਿਆਰਬੰਦ ਸਿੰਘ ਇਸ ਵੇਲੇ ਉੱਥੇ ਹਨ। ਪਰ ਬਰਨਾਲੇ ਨੇ ਆਪਣੀ ਸਰਕਾਰ ਬਚਾਉਣ ਲਈ 3 ਅਪ੍ਰੈਲ 1986 ਨੂੰ ਦਰਬਾਰ ਸਾਹਿਬ 'ਚ ਪੁਲਿਸ ਕਮਾਂਡੋ ਕਾਰਵਾਈ ਜੋ ਸੀ ਕਰ ਦਿੱਤੀ, ਜਿਸ ਦੇ ਵਿੱਚ 300 ਨੈਸ਼ਨਲ ਸਿਕਿਉਰਿਟੀ ਗਾਰਡ, 700 BSF ਦੇ ਜਵਾਨ, ਲੋਕਲ ਪੁਲਿਸ ਸੀ ਅਤੇ ਉੱਥੋਂ ਲਗਭਗ 200 ਦੇ ਕਰੀਬ ਬੇਦੋਸ਼ ਜੋ ਗੁਰਸਿੱਖ ਸਨ, ਸਿੱਖ ਸਿੰਘਣੀਆਂ ਸਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਖਾੜਕੂ ਤਾਂ ਉੱਥੇ ਕੋਈ ਉਹਨਾਂ ਨੂੰ ਲੱਭਾ ਨਹੀਂ। ਉਹਨਾਂ ਨੇ ਬੇਦੋਸ਼ ਸੰਗਤਾਂ ਨੂੰ ਅਤੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ ਦੇ ਵਿੱਚ ਜੋ ਸੀ ਉੱਥੇ ਬੰਦ ਕਰ ਦਿੱਤਾ ਗਿਆ। ਸਬੂਤਾਂ ਦੀ ਘਾਟ ਦੇ ਕਾਰਨ ਬਾਅਦ ਦੇ ਵਿੱਚੋਂ ਜੋ ਫੜੇ ਹੋਏ ਬੰਦੇ ਸਨ ਉਹਨਾਂ ਨੂੰ ਛੱਡ ਦਿੱਤਾ ਗਿਆ। ਪਰ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਜੋ ਸਾਕਾ ਨੀਲਾ ਤਾਰਾ ਹੈ ਉਹ ਬਿਲਕੁਲ ਜਾਇਜ਼ ਸੀ, ਕਿਉਂਕਿ ਉਸੇ ਤਰ੍ਹਾਂ ਦੀ ਕਾਰਵਾਈ ਇੱਕ ਸਿੱਖ ਜੋ ਚੀਫ ਮਿਨਿਸਟਰ ਹੈ ਉਹਦੇ ਵੱਲੋਂ ਵੀ ਕੀਤੀ ਗਈ, ਕਿਉਂਕਿ ਇਹ ਲੋਕੀ ਸਰਕਾਰ ਦੇ ਲਈ ਖਤਰਾ ਸਨ। ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਤੇ ਜੇਲ੍ਹ ਦੇ ਸਮੇਂ ਵਿੱਚ ਆਪ ਜੀ ਦੀ ਥਾਂ ਜੋ ਸੀ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਲ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨਿਭਾਉਂਦੇ ਰਹੇ। ਉਹਨਾਂ ਦੀ ਨਜ਼ਰਬੰਦੀ ਦੇ ਸਮੇਂ 'ਚ ਹੀ ਸਰਕਾਰੀ ਏਜੰਸੀ ਜੋ ਸਨ ਉਹ ਖਾੜਕੂ ਧਿਰਾਂ ਦੇ ਵਿੱਚ ਘੁਸਪੈਠ ਕਰਨ ਲਈ ਵਿੱਚ ਕਾਮਯਾਬ ਹੋ ਗਈਆਂ। ਭਾਈ ਸਾਹਿਬ ਜੀ ਦਾ ਇੱਕ ਸੁਭਾਅ ਸੀ ਕਿ ਉਹ ਗਲਤ ਨੂੰ ਮੂੰਹ ਦੇ ਉੱਤੇ ਗਲਤ ਕਹਿ ਦਿੰਦੇ ਅਤੇ ਰੋਕਣ ਦਾ ਯਤਨ ਕਰਦੇ ਸਨ। ਉਹ ਹਰ ਵੇਲੇ ਬਾਣੀ ਪੜ੍ਹਦੇ, ਧਰਮ ਪ੍ਰਚਾਰ ਕਰਦੇ ਅਤੇ ਸਟੇਜਾਂ ਤੋਂ ਸੰਗਤਾਂ ਨੂੰ ਜੋ ਸੀ ਬਾਣੀ ਨਾਲ ਜੋੜਦੇ ਸਨ। ਜਿੱਥੇ ਉਹ ਹਥਿਆਰਬੰਦ ਸੰਘਰਸ਼ ਦੇ ਨਾਲ ਸਿੱਧੇ ਤੌਰ ਦੇ ਉੱਤੇ ਤਾਂ ਜੂਝਦੇ ਨਹੀਂ ਸਨ ਜਾਂ ਸੰਬੰਧਿਤ ਨਹੀਂ ਸਨ, ਪਰ ਉਹ ਖਾੜਕੂ ਧਿਰਾਂ ਦੇ ਵਿੱਚ ਇੱਕ ਗੱਲ ਜ਼ਰੂਰ ਪ੍ਰੇਰਦੇ ਤੇ ਪ੍ਰਚਾਰਦੇ ਸਨ ਕਿ ਸਾਡਾ ਕੋਈ ਵੀ ਸੰਘਰਸ਼ ਜੋ ਹੈ ਉਹ ਗੁਰਮਤਿ ਦੀ ਰਹਿਣੀ ਵਿੱਚ ਰਹਿ ਕੇ ਗੁਰੂ ਪੰਥ ਦੇ ਨਿਰਦੇਸ਼ਾਂ ਤੇ ਉਪਦੇਸ਼ਾਂ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਜਦੋਂ ਭਾਈ ਸਾਹਿਬ ਜੀ ਦੀ ਨਜ਼ਰਬੰਦੀ ਸੀ, ਜੇਲ੍ਹ ਦੇ ਵਿੱਚ ਸਨ, ਤਾਂ ਸਰਕਾਰੀ ਏਜੰਸੀ ਜੋ ਸਨ ਉਹ ਇਸ ਸੰਘਰਸ਼ ਨੂੰ ਫੇਲ ਕਰਨ ਦੇ ਵਾਸਤੇ ਪੂਰੇ ਜ਼ੋਰਾਂ ਦੇ ਉੱਤੇ ਸਨ, ਕਿਉਂਕਿ ਜਿੰਨਾ ਚਿਰ ਭਾਈ ਸਾਹਿਬ ਜੀ
ਬਾਹਰ ਰਹੇ, ਉਹਨਾਂ ਨੇ ਖਾੜਕੂ ਧਿਰਾਂ ਵੱਲੋਂ ਕਿਸੇ ਵੀ ਗਲਤ ਕੰਮ ਨੂੰ ਨਾ ਪ੍ਰਵਾਨਗੀ ਦਿੱਤੀ, ਨਾ ਉਹਨਾਂ ਨੂੰ ਕਰਨ ਦਿੱਤਾ। ਪਰ ਸਰਕਾਰੀ ਬੰਦੇ ਜੋ ਸਨ ਉਹ ਹੁਣ ਖਾੜਕੂ ਧਿਰਾਂ ਦੇ ਵਿੱਚ ਜੋ ਸਨ ਉਹ ਘੁਸਪੈਠ ਕਰ ਚੁੱਕੇ ਸਨ। ਸਰਕਾਰੀ ਬੰਦਿਆਂ ਨੂੰ ਸਰਕਾਰ ਦੀ ਤਰਫੋਂ ਹਥਿਆਰ ਤੇ ਪੂਰੀ ਖੁੱਲ੍ਹ ਸੀ। ਕੁਝ ਕੁ ਬੰਦੇ ਦਰਬਾਰ ਸਾਹਿਬ 'ਚ ਵੀ ਦਾਖਲ ਹੋ ਗਏ ਸਨ। ਉਹਨਾਂ ਸਰਕਾਰੀ ਬੰਦਿਆਂ ਨੇ ਖਾੜਕੂਆਂ ਦੇ ਭੇਸ 'ਚ ਫਿਰੌਤੀਆਂ ਮੰਗਣ ਦੇ ਨਾਲ ਨਾਲ ਐਸੇ ਕੰਮ ਸ਼ੁਰੂ ਕੀਤੇ ਤਾਂ ਕਿ ਖਾੜਕੂ ਸਿੰਘਾਂ ਦੇ ਕਿਰਦਾਰ ਨੂੰ ਜੋ ਹੈ ਦਾਗੀ ਕੀਤਾ ਜਾ ਸਕੇ ਅਤੇ ਆਮ ਜਨਤਾ ਦੇ ਵਿੱਚ ਉਹਨਾਂ ਦਾ ਅਕਸ ਜੋ ਹੈ ਉਹਨੂੰ ਖਰਾਬ ਕੀਤਾ ਜਾ ਸਕੇ। 2 ਸਾਲ ਜਥੇਦਾਰ ਗੁਰਦੇਵ ਸਿੰਘ ਜੀ ਕੋਕੇ ਜੇਲ੍ਹ 'ਚ ਬੰਦ ਰਹੇ। ਜਦੋਂ 2 ਸਾਲ ਬਾਅਦ ਮਈ 1986 ਦੇ ਵਿੱਚ ਵਾਪਸ ਰਿਹਾ ਹੋ ਕੇ ਆਏ ਤਾਂ ਖਾੜਕੂ ਸਫਾਂ ਦੇ ਵਿੱਚ ਹਾਲਾਤ ਜੋ ਸਨ ਉਹ ਬਦਲ ਚੁੱਕੇ ਸਨ। ਸਰਕਾਰ ਆਪਣੇ ਮਨਸੂਬੇ 'ਚ ਕੁਝ ਹੱਦ ਤੱਕ ਕਾਮਯਾਬ ਹੋ ਚੁੱਕੀ ਸੀ ਤੇ ਖਾੜਕੂਆਂ ਦੇ ਭੇਸ 'ਚ ਲੁਟੇਰੇ ਸਰਕਾਰੀ ਬੰਦੇ ਜੋ ਸਨ ਉਹ ਕਾਰਵਾਈਆਂ ਕਰਕੇ ਸਿੱਖ ਲਹਿਰ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਸਨ। ਅਸਲੀ ਪੰਥ ਦਰਦ ਰੱਖਣ ਵਾਲੇ, ਨਿਤਨੇਮੀ ਤੇ ਸਿੱਖੀ ਜੀਵਨ ਵਾਲੇ ਜੋ ਸਿੰਘ ਸਨ ਉਹ ਰੂਹ ਪੋਸ਼ ਸਨ। ਉਹ ਆਪਣੀਆਂ ਕਾਰਵਾਈਆਂ ਕਰਦੇ ਅਤੇ ਰੂਹ ਪੋਸ਼ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ ਸਨ। ਪਰ ਜੋ ਸਰਕਾਰੀ ਘੁਸਪੈਠੀਏ ਸਨ ਉਹ ਆਮ ਆ ਕੇ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਕਾਰਵਾਈ ਕਰ ਜਾਂਦੇ ਜਿਹੜੀ ਕਿ ਆਮ ਜਨਤਾ ਦੇ ਵਾਸਤੇ ਜੋ ਸੀ ਉਹ ਨੁਕਸਾਨਦੇਹ ਹੁੰਦੀ ਤੇ ਉਹਦੇ ਨਾਲ ਖਾੜਕੂ ਸਫਾਂ ਦੇ ਵਿੱਚ ਖਾੜਕੂਆਂ ਦੀ ਜੋ ਸੀ ਬਦਨਾਮੀ ਵੀ ਕਰਵਾਈ ਜਾਂਦੀ। ਇਹ ਘੁਸਪੈਠ ਸਰਕਾਰੀ ਲੋਕੀ ਜੋ ਸਨ ਦਰਬਾਰ ਸਾਹਿਬ 'ਚ ਵੀ ਕਮਰੇ ਮਲ ਕੇ ਬੈਠ ਚੁੱਕੇ ਸਨ। ਭਾਈ ਸਾਹਿਬ ਨੇ ਜੇਲ੍ਹ ਤੋਂ ਆ ਕੇ ਇਹ ਹਾਲਾਤ ਦੇਖੇ, ਬਹੁਤ ਦੁਖੀ ਹੋਏ। ਉਹਨਾਂ ਨੇ ਗਲਤ ਬੰਦਿਆਂ ਤੇ ਉਹਨਾਂ ਦੀਆਂ ਕਾਰਵਾਈਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਅਸਲੀ ਸਿੰਘਾਂ ਨੂੰ ਇਸ ਵਰਤਾਰੇ ਤੋਂ ਸੁਚੇਤ ਰਹਿਣ ਅਤੇ ਜਥੇਬੰਦੀਆਂ 'ਚ ਘੁਸਪੈਠ ਕਰ ਚੁੱਕੇ ਗਲਤ ਬੰਦਿਆਂ ਦੀ ਨਿਸ਼ਾਨਦੇਹੀ ਕਰਨ ਲਈ ਨਿਰਦੇਸ਼ ਦਿੱਤੇ। ਆਪ ਜੀ ਨੇ ਸਰਗਰਮੀ ਨਾਲ ਸੰਘਰਸ਼ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਜਾਣ ਤੋਂ ਰੋਕਣ ਲਈ ਤੇ ਬਦਨਾਮ ਹੋਣ ਤੋਂ ਬਚਾਉਣ ਦੇ ਲਈ ਉਪਰਾਲੇ ਜੋ ਸਨ ਉਹ ਆਰੰਭ ਕਰ ਦਿੱਤੇ। ਇਹ ਗੱਲਾਂ ਜੋ ਸਨ ਸਰਕਾਰ ਨੂੰ ਕਿਸੇ ਹੀਲੇ ਵੀ ਬਰਦਾਸ਼ਤ ਨਹੀਂ ਸਨ ਅਤੇ ਨਾ ਹੀ ਉਹ ਜੋ ਘੁਸਪੈਠ ਕਰ ਚੁੱਕੇ ਅਖੌਤੀ ਖਾੜਕੂ ਸਨ ਉਹ ਇਹ ਚੀਜ਼ ਚਾਹੁੰਦੇ ਸਨ। ਇਸੇ ਸਮੇਂ ਦੌਰਾਨ ਸਰਕਾਰੀ ਏਜੰਸੀਆਂ ਵੱਲੋਂ ਹਾਲਾਤ ਕਾਫੀ ਜੋ ਸਨ ਖਰਾਬ ਕਰਵਾਏ ਜਾ ਚੁੱਕੇ ਸਨ। ਭਾਰਤੀ ਮੀਡੀਆ ਪੂਰੀ ਵਾਹ ਲਾ ਕੇ ਸਿੱਖਾਂ ਨੂੰ ਖਾੜਕੂਆਂ ਨੂੰ ਬਦਨਾਮ ਕਰ ਰਿਹਾ ਸੀ। ਨਤੀਜੇ ਦੇ ਤੌਰ ਤੇ ਗਿਣੀ ਮਿਥੀ ਸਾਜ਼ਿਸ਼ ਵਿਉਂਤਬੰਦੀ ਦੇ ਨਾਲ ਬਲੈਕ ਥੰਡਰ ਦਾ ਡਰਾਮਾ ਜੋ ਸੀ ਉਹ ਰਚਿਆ ਗਿਆ। ਸਰਕਾਰੀ ਕਰਿੰਦਿਆਂ ਨੇ ਟੀਵੀ ਤੇ ਜੋ ਸੀ ਅਖੌਤੀ ਖਾੜਕੂਆਂ ਦਾ ਆਤਮ ਸਮਰਪਣ ਜੋ ਸੀ ਦੱਸਿਆ। ਆਪ ਸੰਗਤ ਨੇ ਇਹਨਾਂ ਨੂੰ ਖਾੜਕੂ ਮੰਨਣ ਤੋਂ ਜੋ ਸੀ ਨਾ ਕਰ ਦਿੱਤਾ। ਅੰਦਰੋਂ ਫੜੇ ਗਏ 46 ਬਦਮਾਸ਼ਾਂ ਵਿੱਚੋਂ ਕਿਸੇ ਉੱਤੇ ਵੀ ਪਰਚਾ ਜੋ ਸੀ ਨਾ ਲਗਾਇਆ ਗਿਆ। ਭਾਰਤੀ ਖੁਫੀਆ ਵਿਭਾਗ ਦੇ ਰਿਟਾਇਰਡ ਅਧਿਕਾਰੀ ਸੰਗਤ ਸਿੰਘ ਜੀ ਆਪਣੀ ਕਿਤਾਬ ਇਤਿਹਾਸ ਸਿੱਖ ਦੇ ਅਨੁਸਾਰ ਲਿਖਦੇ ਹਨ ਕਿ ਸਰਕਾਰੀ ਕਰਿੰਦਿਆਂ ਦੇ ਵਿੱਚ ਚੱਲ ਹੋਈ ਹਿੰਦੂ ਵੀ ਸਨ ਜੋ ਦਾੜੇ ਪ੍ਰਕਾਸ਼ ਕਰਕੇ ਖਾੜਕੂਆਂ ਦੇ ਭੇਸ ਵਿੱਚ ਖਾੜਕੂ ਅਕਸ ਜੋ ਸੀ ਉਹਨੂੰ ਖਾੜਕੂਆਂ ਦਾ ਜੋ ਸੀ ਸਮਾਜ ਦੇ ਵਿੱਚ ਅਕਸ ਜੋ ਸੀ ਉਹਨੂੰ ਬਦਨਾਮ ਕਰਨ ਦੇ ਵਾਸਤੇ ਉੱਥੇ ਰਹਿ ਰਹੇ ਸਨ ਅਤੇ ਉਹ ਵੀ ਉਸ ਵੇਲੇ ਸਰਕਾਰੀ ਬੰਦੇ ਜੋ ਸਨ ਉਸ ਬਲੈਕ ਥੰਡਰ ਦੇ ਵਿੱਚ ਬਾਹਰ ਆ ਗਏ ਪਰ ਉਹਨਾਂ ਚੋਂ ਕਿਸੇ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਕੇਸ ਤੱਕ ਨਾ ਚਲਾਇਆ ਗਿਆ। ਭਾਈ ਸਾਹਿਬ ਜੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ 6 ਮਹੀਨੇ ਇਹ ਉਸ ਗ੍ਰਿਫਤਾਰੀ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਰਹੇ। ਜਦੋਂ ਰਿਹਾਈ ਹੋਈ ਭਾਈ ਸਾਹਿਬ ਜੀ ਰਿਹਾ ਹੋ ਕੇ ਫਿਰ ਤੋਂ ਧਰਮ ਪ੍ਰਚਾਰ ਦੇ ਵਿੱਚ ਜੋ ਸਨ ਉਹ ਰੁੱਝ ਗਏ। ਆਪਣੇ ਪਿੰਡ ਚੌਂਕੇ ਕਲਾਂ ਆ ਗਏ। ਫਿਰ ਭਾਈ ਸਾਹਿਬ ਜੀ ਨੇ ਕੌਂਕੇ ਆ ਕੇ ਜਿੱਥੇ ਧਰਮ ਪ੍ਰਚਾਰ ਸੀ ਉਹ ਸ਼ੁਰੂ ਕੀਤਾ। ਅੰਮ੍ਰਿਤ ਸੰਚਾਰ ਕਰਾਉਣੇ, ਕਥਾ ਵਿਚਾਰ ਕਰਨੀ ਅਤੇ ਜੋ ਸੀ ਨੌਜਵਾਨਾਂ ਨੂੰ ਬਾਣੀ ਤੇ ਬਾਣੀ ਦੇ ਨਾਲ ਜੁੜਨਾ। ਉਹਨਾਂ ਦੇ ਬੋਲਾਂ ਦੇ ਵਿੱਚ ਦੱਸਿਆ ਜਾਂਦਾ ਇੰਨੀ ਸ਼ਕਤੀ ਸੀ ਕਿ ਪਤਿਤ ਹੋਏ ਲੋਕੀ ਜੋ ਸਨ ਉਹ ਸਿੱਖੀ ਵੱਲ ਪ੍ਰੇਰਿਤ ਹੋ ਰਹੇ ਸਨ। ਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਭਾਈ ਸਾਹਿਬ ਜੀ ਨੇ ਕਥਾ ਜੋ ਸੀ ਸ਼ੁਰੂ ਕਰ ਦਿੱਤੀ। ਆਸਾ ਦੀ ਵਾਰ ਤੋਂ ਬਾਅਦ ਸੰਗਤਾਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜੋ ਸਨ ਉਹ ਭਾਈ ਸਾਹਿਬ ਜੀ ਨੂੰ ਮਿਲਣ ਵਾਸਤੇ ਆਉਂਦੇ ਅਤੇ ਫਿਰ ਪੰਥਕ ਵਿਚਾਰਾਂ ਲੋਕਾਂ ਦੇ ਮਸਲਿਆਂ ਦੇ ਜੋ ਸਨ ਹੱਲ ਕੀਤੇ ਜਾਂਦੇ। ਘਰੇਲੂ ਝਗੜੇ ਜੋ ਸਨ ਉਹਨਾਂ ਨੂੰ ਨਿਪਟਾਇਆ ਜਾਂਦਾ। ਕੁੱਲ ਮਿਲਾ ਕੇ ਭਾਈ ਸਾਹਿਬ ਜੀ ਜੋ ਸਨ ਉਹ ਸੰਗਤਾਂ ਦੇ ਵਿੱਚ ਫੇਰ ਤੋਂ ਸਰਪ੍ਰਵਾਨ ਦੇ ਰੂਪ ਦੇ ਵਿੱਚ ਜੋ ਸਨ ਉਹ ਪ੍ਰਵਾਨ ਹੋ ਰਹੇ ਸਨ। ਸੰਗਤਾਂ ਦੇ ਅਹੁਦਿਆਂ ਨੂੰ ਪੁਲਿਸ ਜੋ ਸੀ ਜਿਹੜੇ ਸੰਗਤਾਂ ਆਉਂਦੀਆਂ ਸਨ ਉਹਨਾਂ ਨੂੰ ਅਹੁਦੇਦਾਰ ਜੋ ਸਨ ਪੁਲਿਸ ਉਹ ਰਸਤੇ ਦੇ ਵਿੱਚ ਰੋਕਦੀ, ਡਰਾਉਂਦੀ, ਧਮਕਾਉਂਦੀ। ਪਰ ਉਹਨਾਂ ਦੇ ਜੀਵਨ ਸਨੇਹ ਦੇ ਨਾਲ ਲੋਕਾਂ ਦੀ ਜੋ ਨੇੜਤਾ ਸੀ ਉਹ ਬਹੁਤ ਜ਼ਿਆਦਾ ਵੱਧ ਗਈ ਸੀ ਜਿਹਦੇ ਕਾਰਨ ਗਿਣਤੀ ਦੇ ਵਿੱਚ ਵਾਧੇ ਜੋ ਸੀ ਹੋ ਰਿਹਾ ਸੀ। ਜਦੋਂ ਕਿ ਸਰਕਾਰ ਚਾਹੁੰਦੀ ਸੀ ਕਿ ਕਿਸੇ ਹੀਲੇ ਵੀ ਇਹਨਾਂ ਦੇ ਨਾਲ ਆਮ ਸੰਗਤਾਂ ਜਥੇਬੰਦੀਆਂ ਦਾ ਜੋ ਹੈ ਸੰਪਰਕ ਨਾ ਹੋ ਸਕੇ। ਸਰਕਾਰ ਕੋਲ ਇੱਕੋ ਨਿਸ਼ਾਨਾ ਸੀ, ਜਾਂ ਤਾਂ ਸਿੱਖ ਆਗੂ ਸਰਕਾਰੀ ਬਣ ਕੇ ਰਹਿਣ ਜਾਂ ਫਿਰ ਤਸ਼ੱਦਦ, ਜੇਲ੍ਹ ਜਾਂ ਸ਼ਹਾਦਤ ਨੂੰ ਪ੍ਰਵਾਨ ਕਰਨ। ਸਰਕਾਰ ਭਾਈ ਸਾਹਿਬ ਜੀ ਨੂੰ ਵੀ ਡਰਾਉਣਾ ਚਾਹੁੰਦੀ ਸੀ। ਇਸ ਲਈ ਹਕੂਮਤ ਨੇ ਮਿੱਥ ਲਿਆ ਸੀ ਕਿ ਭਾਈ ਸਾਹਿਬ ਨੂੰ ਵਾਰ-ਵਾਰ ਪੁਲਿਸ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾਏ ਤਾਂ ਕਿ ਉਹ ਡਰ ਕੇ ਕਈ ਦਿਲਾਂ ਦੀ ਵਾਂਗ ਜਾਂ ਤਾਂ ਚੁੱਪ ਕਰਕੇ ਘਰ ਬੈਠ ਜਾਣ ਤੇ ਲੋਕੀ ਜੋ ਨੇ ਉਹਨਾਂ ਦੇ ਉੱਤੇ ਹੁੰਦਾ ਤਸ਼ੱਦਦ ਦੇਖ ਕੇ, ਉਹਨਾਂ ਦੀ ਵਾਰ-ਵਾਰ ਗ੍ਰਿਫਤਾਰੀ ਨੂੰ ਦੇਖ ਕੇ
ਡਰ ਕੇ ਇਹਨਾਂ ਦੇ ਕੋਲ ਆਉਣਾ ਬੰਦ ਕਰ ਦੇਣ, ਇਹ ਧਰਮ ਪ੍ਰਚਾਰ ਨੂੰ ਬੰਦ ਕਰ ਦੇਣ। ਭਾਈ ਸਾਹਿਬ ਜੀ ਗੁਰਮਤਿ ਸਿੱਖਿਆ ਅਨੁਸਾਰ ਜ਼ਾਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਜ਼ਾਲਮ ਤੋਂ ਆਪਣਾ ਹੱਕ ਲੈਣ ਲਈ ਦ੍ਰਿੜ ਸੰਕਲਪ ਸਨ। ਉਹਨਾਂ ਨੇ ਜਦੋਂ ਮਰਜ਼ੀ ਆਉਂਦੀ ਉਹਨਾਂ ਨੂੰ ਪੁਲਿਸ ਜੋ ਸੀ ਉਹ ਚੁੱਕ ਕੇ ਲੈ ਜਾਂਦੀ, ਤਸ਼ੱਦਦ ਕਰਦੀ, ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਮਨੁੱਖੀ ਹੱਕਾਂ ਦੇ ਸਾਬਕਾ ਆਗੂ ਸ਼੍ਰੀ ਰਾਮ ਨਾਰਾਇਣ ਕੁਮਾਰ ਨੇ ਆਪਣੀ ਪੁਸਤਕ ਟੈਰਰ ਇਨ ਪੰਜਾਬ ਦੇ ਪੰਨਾ 61 ਦੇ ਉੱਤੇ ਲਿਖਿਆ ਹੈ ਕਿ ਲੁਧਿਆਣੇ ਦੇ ਉਸ ਵੇਲੇ ਦੇ ਐਸਐਸਪੀ ਸੁਮੇਧ ਸੈਣੀ ਨੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਬਹੁਤ ਤਸ਼ੱਦਦ ਕੀਤਾ। ਉਹਨਾਂ ਨੂੰ ਉਲਟਾ ਲਟਕਾਇਆ, ਨੰਗਾ ਕਰਕੇ ਉਲਟਾ ਲਟਕਾ ਕੇ ਉਹ ਆਪ ਉਹਨਾਂ ਦਾ ਜੋ ਸੀ ਉਹਨਾਂ ਦੇ ਉੱਤੇ ਤਸ਼ੱਦਦ ਕਰਦਾ ਸੀ ਅਤੇ ਸਿਗਰਟ ਦਾ ਧੂੰਆਂ ਉਹਨਾਂ ਦੇ ਮੂੰਹ ਦੇ ਉੱਤੇ ਸੁੱਟਦਾ ਸੀ। ਉਹਦੇ ਲਿਖਣ ਅਨੁਸਾਰ ਜਦੋਂ ਭਾਈ ਸਾਹਿਬ ਜੀ ਨੇ ਉਸ ਨੂੰ ਇਸ ਕਰਨ ਤੋਂ ਮਨਾ ਕੀਤਾ ਤਾਂ ਅੱਗੋਂ ਪੁੱਛਦਾ ਹੈ ਕਿ ਜੇਕਰ ਮੈਂ ਨਾ ਕਰਾਂ ਤੇ ਤੂੰ ਕੀ ਕਰੇਗਾ। ਭਾਈ ਸਾਹਿਬ ਜੀ ਨੇ ਵੱਟ ਕੇ ਉਹਦੇ ਮੂੰਹ ਦੇ ਉੱਤੇ ਚਪੇੜ ਮਾਰੀ। ਇਸ ਤੇ ਮਗਰੋਂ ਉਸ ਨੇ ਹੰਕਾਰੇ ਦੇ ਵਿੱਚ ਆ ਕੇ ਬਹੁਤ ਤਸ਼ੱਦਦ ਜੋ ਸੀ ਭਾਈ ਸਾਹਿਬ ਜੀ ਦੇ ਉੱਤੇ ਕੀਤਾ, ਤਸ਼ੱਦਦ ਦੀ ਇੰਤਹਾ ਕਰ ਦਿੱਤੀ। ਭਾਈ ਸਾਹਿਬ ਕਿਸੇ ਵੀ ਖਾੜਕੂ ਕਾਰਵਾਈ ਵਿੱਚ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਸ਼ਾਮਲ ਨਹੀਂ ਸਨ। ਪੁਲਿਸ ਕੋਲ ਕੋਈ ਸਬੂਤ ਵੀ ਨਹੀਂ ਸੀ। ਉਹ ਕਿਸੇ ਵਾਰਦਾਤ ਬਾਰੇ, ਕਿਸੇ ਖਾੜਕੂ ਸਿੰਘ ਬਾਰੇ, ਨਾਮਵਰ ਸਿੰਘਾਂ ਦੇ ਨਾਂ ਪਤੇ ਬਾਰੇ ਕੋਈ ਨਾ ਕੋਈ ਬਹਾਨਾ ਲਾ ਕੇ ਜੋ ਸੀ ਉਹਨਾਂ ਨੂੰ ਪਕੜ ਲੈਂਦੀ, ਪੁੱਛਗਿੱਛ ਕਰਦੀ, ਤਸ਼ੱਦਦ ਕਰਕੇ ਫਿਰ ਛੱਡ ਦਿੰਦੀ। ਕਾਰਨ ਸਿਰਫ ਸਰਕਾਰੀ ਖੌਫ ਭਰਨਾ ਸੀ ਜਾਂ ਸਰਕਾਰ ਚਾਹੁੰਦੀ ਸੀ ਕਿ ਸਰਕਾਰੀ ਹੱਥ ਠੋਕਾ ਬਣ ਕੇ ਸੰਘਰਸ਼ ਅਤੇ ਸੰਘਰਸ਼ੀ ਸਿੰਘਾਂ ਦੇ ਵਿਰੁੱਧ ਜੋ ਹੈ ਭੁਗਤ ਜਾਣ। ਪਰ ਭਾਈ ਸਾਹਿਬ ਜੀ ਆਪਣੇ ਪੰਥ ਪ੍ਰਤੀ ਵਫਾਦਾਰ ਸਨ ਅਤੇ ਆਪਾ ਵਾਰਨ ਦੇ ਵਾਸਤੇ ਹਰ ਵੇਲੇ ਤਤਪਰ ਸਨ। ਉਹਨਾਂ ਦੇ ਜੋ ਨਜ਼ਦੀਕੀ ਨੇ ਉਹ ਦੱਸਦੇ ਨੇ ਕਿ ਉਹ ਹਰ ਵੇਲੇ ਕਿਤੇ ਵੀ ਜਾਣ ਤੋਂ ਪਹਿਲਾਂ ਅਰਦਾਸ ਕਰਦੇ ਅਤੇ ਨਿਤਨੇਮ ਤੋਂ ਬਾਅਦ ਉਹਨਾਂ ਦੀ ਆਮ ਅਰਦਾਸ ਹੋਇਆ ਕਰਦੀ ਸੀ ਕਿ ਮੈਂ ਕਿਤੇ ਗੋਡੇ ਤੇ ਗਿੱਟੇ ਰਗੜ ਕੇ ਮਰਨ ਦੀ ਥਾਂ ਦੇ ਉੱਤੇ ਸਤਿਗੁਰੂ ਮੇਰੇ ਤੇ ਬਖਸ਼ਿਸ਼ ਤੇ ਕਿਰਪਾ ਕਰਿਓ। ਜੇ ਕਿਤੇ ਮੈਨੂੰ ਕਿਤੇ ਪੰਥ ਦੇ ਲੇਖੇ ਸ਼ਹਾਦਤ ਦੇਣੀ ਪਵੇ ਤਾਂ ਮੈਨੂੰ ਮੇਰੇ ਉੱਤੇ ਕਿਰਪਾ ਕਰਿਓ, ਉਹੀਓ ਮੇਰੇ ਹਿੱਸੇ ਆਵੇ, ਮੈਂ ਕਿਤੇ ਗੋਡੇ ਤੇ ਗਿੱਟੇ ਰਗੜ ਕੇ ਨਾ ਮਰ ਜਾਵਾਂ। ਕੁਝ ਕੋ ਪੁਲਿਸ ਕਰਮਚਾਰੀ ਵੀ ਇਹ ਗੱਲ ਸਮਝਦੇ ਸਨ ਕਿ ਇਹ ਨਿਰਦੋਸ਼ ਹਨ, ਇਹਨਾਂ ਨਾਲ ਧੱਕਾ ਕੀਤਾ ਜਾਂਦਾ ਹੈ, ਪਰ ਉਹ ਬਿਲਕੁਲ ਬੇਬਸ ਸਨ। ਟੈਰਰ ਇਨ ਪੰਜਾਬ ਦੇ ਰਾਮ ਨਾਰਾਇਣ ਕੁਮਾਰ ਨੇ ਲਿਖਿਆ ਹੈ ਕਿ ਇੱਕ ਸਿੱਖ ਪੁਲਿਸ ਅਫਸਰ ਭਾਈ ਸਾਹਿਬ ਵਰਗੇ ਇੱਕ ਗੁਰਸਿੱਖ ਦੀ ਅਜਿਹੀ ਬੇਇੱਜ਼ਤੀ ਹੁੰਦੀ ਦੇਖ ਨਾ ਸਕਿਆ। ਉਸਨੇ ਜਗਰਾਉਂ ਸੀਆਈਏ ਸਟਾਫ ਦੇ ਐਸਐਸਪੀ ਸ਼ਿਵ ਕੁਮਾਰ ਤੇ ਅਨਿਲ ਸ਼ਰਮਾ ਦੇ ਅਤੇ ਅਨਿਲ ਸ਼ਰਮਾ ਨੂੰ ਇਹ ਗੱਲ ਦੱਸੀ ਕਿ ਭਾਈ ਸਾਹਿਬ ਜੀ ਬਿਲਕੁਲ ਨਿਰਦੋਸ਼ ਨੇ, ਅਸੀਂ ਇਹਨਾਂ ਦੇ ਉੱਤੇ ਬਹੁਤ ਜੋ ਹੈ ਜ਼ੁਲਮ ਕਰਦੇ ਹਾਂ। ਪਰ ਉਹ ਜੋ ਸੀ ਇਹ ਦੱਸ ਰਹੇ ਸਨ ਕਿ ਅਸੀਂ ਇਹਨਾਂ ਨੂੰ ਜਦੋਂ ਚਾਹੁੰਦੇ ਹਾਂ ਚੁੱਕ ਕੇ ਲੈ ਆਉਂਦੇ ਹਾਂ, ਜ਼ਲੀਲ ਕਰਦੇ ਹਾਂ, ਇਹਨਾਂ ਦੇ ਉੱਤੇ ਤਸ਼ੱਦਦ ਕਰਦੇ ਹਾਂ। ਇਹ ਕਿਸੇ ਕਾਰਵਾਈ ਦੇ ਨਾਲ ਇਹਨਾਂ ਦਾ ਸਬੰਧ ਜੋ ਹੈ ਨਹੀਂ ਹੁੰਦਾ, ਨਾ ਹੀ ਅੱਜ ਦਿਨ ਤੱਕ ਕੋਈ ਜੋ ਹੈ ਐਸਾ ਸਬੂਤ ਮਿਲਿਆ ਹੈ। ਉਹ ਸਿੱਖ ਅਫਸਰ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇੱਕ ਗੁਰਸਿੱਖ ਦੀ ਦਸਤਾਰ ਕਕਾਰ ਜੋ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਅਤੇ ਪੰਥ ਦੇ ਇੱਕ ਉੱਚ ਅਹੁਦੇ ਦੇ ਉੱਤੇ ਬਿਰਾਜਮਾਨ ਜੋ ਗੁਰਸਿੱਖ ਹੈ ਉਹਦੇ ਨਾਲ ਇੰਨਾ ਤਸ਼ੱਦਦ ਤੇ ਇੰਨਾ ਜੋ ਹੈ ਉਹ ਜ਼ੁਲਮ ਕੀਤਾ ਜਾਂਦਾ ਹੈ। ਉਹ ਅੰਦਰੋਂ ਦੁਖੀ ਹੋ ਕੇ ਰੋਂਦਾ ਹੋਇਆ ਇਹ ਦੱਸ ਰਿਹਾ ਸੀ ਕਿ ਅਸੀਂ ਕੌਂਕੇ ਪਿੰਡ ਦੇ ਅਨੇਕਾਂ ਬੰਦਿਆਂ ਨੂੰ ਚੁੱਕਿਆ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ, ਪਰ ਭਾਈ ਸਾਹਿਬ ਜੀ ਵਿਰੁੱਧ ਸਾਨੂੰ ਕੋਈ ਸਬੂਤ ਨਹੀਂ ਮਿਲਿਆ, ਨਾ ਕਿਸੇ ਕਾਰਵਾਈ ਵਿੱਚ ਸ਼ਮੂਲੀਅਤ ਤੇ ਨਾ ਕੋਈ ਹਥਿਆਰ। ਪਤਾ ਨਹੀਂ ਕਿਉਂ ਉਹਨਾਂ ਨੂੰ ਇਤਨਾ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਆਰਐਸਐਸ ਦੀ ਇੱਕ ਸ਼ਾਖਾ ਦੇ ਉੱਤੇ ਹੋਇਆ ਹਮਲਾ ਅਤੇ ਉਸ ਤੋਂ ਬਾਅਦ ਬਿਦਰ ਦੇ ਵਿੱਚ ਜਦੋਂ ਸਿੱਖ ਕੁਝ ਵਿਦਿਆਰਥੀਆਂ ਦੇ ਨਾਲ ਮਾਰਕੁੱਟ ਕੀਤੀ ਗਈ, ਉਹਨਾਂ ਦੇ ਕਤਲ ਕੀਤੇ ਗਏ, ਰੋਸ ਦੇ ਵਜੋਂ ਸਿੱਖ ਜੁਝਾਰੂਆਂ ਦੀ ਕਾਰਵਾਈ ਨੂੰ ਕੀਤੀ ਗਈ ਅਤੇ ਜੋ ਦੋਸ਼ੀ ਸਨ ਉਹਨਾਂ ਨੂੰ ਸੋਧਿਆ ਗਿਆ। ਇਹਨਾਂ ਗੱਲਾਂ ਨੂੰ ਬਹਾਨਾ ਬਣਾ ਕੇ ਜੂਨ 1991 ਵਿੱਚ ਭਾਈ ਸਾਹਿਬ ਜੀ ਦੇ ਉੱਤੇ ਹੋਰ ਵੀ ਝੂਠੇ ਕੇਸ ਪਾ ਕੇ ਇਹਨਾਂ ਨੂੰ ਫੇਰ ਗ੍ਰਿਫਤਾਰ ਕਰਕੇ ਨਾਭਾ ਜੋ ਸੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। 18 ਫਰਵਰੀ 1992 ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਸਨ ਚੋਣਾਂ ਹੋਈਆਂ, ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਅਤੇ ਬੇਅੰਤ ਸਿੰਘ ਦੀ ਜੋ ਸੀ ਸਰਕਾਰ ਬਣੀ। ਉਸ ਸਰਕਾਰ ਦੇ ਬਣਨ ਤੋਂ ਬਾਅਦ ਰੋਜ਼ਾਨਾ ਜੋ ਸੀ ਕਈ ਸਿੱਖ ਖਾੜਕੂ ਜੋ ਸਨ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਅਤੇ ਅਖਬਾਰਾਂ ਦੇ ਵਿੱਚ ਰੋਜ਼ ਇਹ ਸੁਰਖੀਆਂ ਹੁੰਦੀਆਂ ਸਨ ਕਿ ਫਲਾਣੀ ਥਾਂ ਦੇ ਉੱਤੇ 10 ਖਾੜਕੂ ਜੋ ਨੇ ਉਹ ਮਾਰ ਦਿੱਤੇ ਗਏ ਨੇ। ਨਾਲ ਹੀ ਇਹ ਵੀ ਲਿਖਿਆ ਲੱਭਦਾ ਕਿ ਖਾੜਕੂਆਂ ਨੇ ਰੋਸ ਦੇ ਵਿੱਚ ਫਲਾਣੀ ਥਾਂ ਦੇ ਉੱਤੇ ਪੁਲਿਸ ਵਾਲਿਆਂ ਦੇ ਪਰਿਵਾਰ ਮਾਰ ਦਿੱਤੇ ਨੇ। ਇਹ ਇੱਕ ਨੀਤੀ ਸੀ ਜਿਹਦੇ ਅਨੁਸਾਰ ਇੱਕ ਪਾਸੇ ਘੁਸਪੈਠ ਕਰ ਚੁੱਕੇ ਲੋਕਾਂ ਦੇ ਕਾਰਨ, ਸਰਕਾਰੀ ਏਜੰਸੀਆਂ ਦੇ ਕਾਰਨ ਜੋ ਚੋਟੀ ਦੇ ਖਾੜਕੂ ਸਨ ਕਿਤੇ ਉਸ ਖਾੜਕੂ ਨੂੰ ਮਾਰ ਦਿੱਤਾ ਜਾਂਦਾ ਤੇ ਦੂਜੇ ਪਾਸੇ ਜੋ ਸੀ ਆਪਣੇ ਸਰਕਾਰੀ ਬੰਦਿਆਂ ਦੇ ਰਾਹੀਂ ਜਾ ਕੇ ਪੁਲਿਸ ਵਾਲਿਆਂ ਦੇ ਪਰਿਵਾਰਾਂ ਨੂੰ ਮਾਰ ਕੇ ਉਹਨਾਂ ਦੇ ਵਿੱਚ ਜੋ ਸੀ ਖਾੜਕੂਆਂ ਪ੍ਰਤੀ ਜੋ ਸੀ ਉਹ ਨਫ਼ਰਤ ਭਰੀ ਜਾਂਦੀ। 5 ਜੁਲਾਈ 1992 ਨੂੰ KPS ਗਿੱਲ ਨੇ ਇੱਕ ਐਲਾਨ ਕੀਤਾ ਕਿ 3 ਮਹੀਨੇ ਵਿੱਚ ਹੀ ਅਸੀਂ ਖਾੜਕੂਵਾਦ ਦਾ ਸਫਾਇਆ ਕਰ ਦਿਆਂਗੇ।
क्योंकि ਉਹ ਉਸ ਵਕਤ ਤੱਕ ਪੂਰਨ ਤੌਰ ਦੇ ਉੱਤੇ ਖਾੜਕੂ ਜਥੇਬੰਦੀਆਂ ਦੇ ਅੰਦਰ ਆਪਣੇ ਬੰਦਿਆਂ ਦੀ ਜੋ ਸੀ ਉਹ ਘੁਸਪੈਠ ਕਰਵਾ ਚੁੱਕੇ ਸਨ। ਚੋਟੀ ਦੇ ਖਾੜਕੂ ਜੋ ਸਨ ਉਹ ਮਾਰੇ ਜਾਣ ਲੱਗੇ। ਖਾੜਕੂ ਧਿਰਾਂ ਇਹ ਸੰਕੇਤ ਜੋ ਸਨ ਉਹਨਾਂ ਨੂੰ ਸਮਝ ਆਉਣ ਲੱਗੇ। ਪਹਿਲਾਂ ਤਾਂ ਉਹ ਸਮਝ ਨਾ ਸਕੇ, ਪਰ ਬਾਅਦ ਵਿੱਚ ਉਹਨਾਂ ਨੂੰ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ ਕਿ ਸਾਡੇ ਵੀ ਸਰਕਾਰੀ ਏਜੰਟ ਜੋ ਨੇ ਘੁਸਪੈਠ ਕਰ ਚੁੱਕੇ ਹਨ। ਸਗੋਂ ਉਹ ਘੁਸਪੈਠੀਏ ਤਾਕਤਵਰ ਵੀ ਸਨ ਤੇ ਮੁਖਬਰੀ ਕਰਕੇ ਚੋਟੀ ਦੇ ਖਾੜਕੂਆਂ ਨੂੰ ਜੋ ਮਰਵਾ ਵੀ ਰਹੇ ਸਨ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ ਖਾੜਕੂ ਸਭਾ ਅੰਦਰ ਇਹ ਗੱਲ ਦੀ ਗੰਭੀਰਤਾ ਵੱਧ ਗਈ ਕਿ KPS ਗਿੱਲ ਨੇ ਜੋ ਇਹ ਗੱਲ ਕਹੀ ਹੈ ਕਿ 3 ਮਹੀਨੇ ਅੰਦਰ ਖਾੜਕੂਆਂ ਦਾ ਸਫਾਇਆ ਹੋ ਜਾਵੇਗਾ, ਇਹਦਾ ਮਤਲਬ ਉਹਨਾਂ ਦੇ ਕੋਲ ਕੋਈ ਐਸਾ ਤੰਤਰ ਜ਼ਰੂਰ ਹੈ ਜਿਹਦੇ ਨਾਲ ਉਹ ਸਾਡੇ ਹਰ ਖਾੜਕੂ ਦੀ ਜਾਣਕਾਰੀ ਤੇ ਸੂ ਰੱਖਦੇ ਨੇ। ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਮੌਕੇ 9 ਅਗਸਤ 1992 ਨੂੰ KPS ਗਿੱਲ ਨੇ ਇੱਕ ਬਿਆਨ ਦਿੱਤਾ ਕਿ ਇਸੇ ਸਾਲ ਸਤੰਬਰ ਤੱਕ ਸਾਰੇ ਖਾੜਕੂ ਖਤਮ ਕਰ ਦਿੱਤੇ ਜਾਣਗੇ। ਮਤਲਬ ਕਿ ਸਿਰਫ 2 ਮਹੀਨੇ ਦੇ ਅੰਦਰ ਉਹਦਾ ਇਹ ਚੈਲੰਜ ਸੀ ਕਿ ਅਸੀਂ ਸਾਰੇ ਖਾੜਕੂ ਮਾਰ ਦਿਆਂਗੇ, ਜਿਸ ਨੇ ਖਾੜਕੂਆਂ ਨੇ ਗੰਭੀਰਤਾ ਨਾਲ ਲਿਆ। ਇੱਥੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਪੁਲਿਸ ਕੋਲ ਖਾੜਕੂਆਂ ਦੀ ਪੱਕੀ ਜਾਣਕਾਰੀ ਸੀ ਤੇ ਉਹ ਉਹਨਾਂ ਤੇ ਉੱਤੇ ਭਾਰੂ ਹੋ ਚੁੱਕੇ ਸਨ। ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਪੰਥ ਦਰਦੀ ਗੁਰਸਿੱਖਾਂ ਨੂੰ ਲਾਮਬੰਦ ਨਾ ਕਰ ਸਕੇ, ਨੌਜਵਾਨਾਂ ਨੂੰ ਸੰਘਰਸ਼ ਵੱਲ ਕੋਈ ਪ੍ਰੇਰਿਤ ਨਾ ਕਰ ਸਕੇ। ਇਸ ਕਰਕੇ ਸੁਭਾਵਿਕ ਤੌਰ ਦੇ ਉੱਤੇ ਪੁਲਿਸ ਦੀ ਸੋਚ ਤੇ ਨਜ਼ਰ ਜੋ ਸੀ ਉਹ ਭਾਈ ਸਾਹਿਬ ਤੇ ਸੀ। ਬੇਅੰਤ ਗਿੱਲ ਦੀ ਜੋੜੀ ਨੇ ਬੇਅੰਤ ਹੀ ਜੋ ਇੱਕ ਚੀਜ਼ ਮਿੱਥੀ ਹੋਈ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਜੋ ਪੰਥ ਲਈ ਜੂਝਣ ਵਾਲੇ ਨੇ ਉਹਨਾਂ ਨੂੰ ਖਤਮ ਕਰ ਦੇਣਾ ਹੈ। ਉਹਨਾਂ ਨੇ ਪਹਿਲਾਂ ਹੀ ਮਿੱਥਿਆ ਹੋਇਆ ਸੀ ਕਿ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸੰਘਰਸ਼ ਦਾ ਕੋਈ ਵੀ ਸਮਰਥਕ ਜੋ ਹੈ ਉਸ ਨੂੰ ਜ਼ਿੰਦਾ ਨਹੀਂ ਛੱਡਣਾ। ਉਹ ਤਾਂ ਆਮ ਬੇਦੋਸ਼ੇ ਸਿੱਖਾਂ ਨੂੰ ਵੀ ਕਿਸੇ ਨੂੰ ਰਾਹ ਅਗਰ ਕਿਸੇ ਨੇ ਦੱਸ ਦਿੱਤਾ, ਕਿਸੇ ਨੇ ਲੰਗਰ ਛਕਾ ਦਿੱਤਾ, ਉਹਨਾਂ ਨੂੰ ਵੀ ਨਹੀਂ ਸੀ ਉਸ ਵੇਲੇ ਪੁਲਿਸ ਬਖਸ਼ਦੀ। ਜੂਨ 1991 ਵਿੱਚ ਜਿਸ ਮੁਕੱਦਮੇ 'ਚ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਕਤੂਬਰ 1992 'ਚ ਉਹ ਉੱਥੋਂ ਰਿਹਾ ਹੋ ਗਏ। ਰਿਹਾ ਹੋ ਕੇ ਉਹ ਆਪਣੇ ਪਿੰਡ ਵਿੱਚ ਵਾਪਸ ਆ ਗਏ। ਭਾਈ ਸਾਹਿਬ ਜੀ ਦੀ ਸਿਹਤ ਵੀ ਹੁਣ ਕਮਜ਼ੋਰ ਹੋ ਚੁੱਕੀ ਸੀ। ਉਹ ਮੁੜ ਸੰਗਤ 'ਚ ਆਉਣ ਲੱਗੇ, ਕਥਾ ਕਰਨ ਲੱਗੇ। ਹੌਲੀ ਹੌਲੀ ਇਲਾਕੇ ਦੇ ਲੋਕੀ ਵੀ ਆਉਣਾ ਸ਼ੁਰੂ ਹੋ ਗਏ। ਪੰਥਕ ਸਭਾ ਅੰਦਰ ਮੁੜ ਤੇਜ਼ੀ ਆ ਗਈ। ਇਹ ਚਰਚਾ ਵੀ ਛਿੜ ਪਈ ਸੀ ਕਿ ਭਾਈ ਸਾਹਿਬ ਜੀ ਨੂੰ ਥੋੜੇ ਹੀ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਜੋ ਹੈ ਉਹ ਪੱਕੇ ਤੌਰ ਦੇ ਉੱਤੇ ਲਾ ਦਿੱਤਾ ਜਾਵੇਗਾ। ਸਿੱਖਾਂ 'ਚ ਢਾਰਸ ਸੀ ਕਿ ਸਿੱਖਾਂ ਨੂੰ ਇਹ ਲਾਮਬੰਦ ਕਰਨਗੇ। ਸਿੱਖਾਂ ਨੂੰ ਜੋ ਸੀ ਇਸ ਗੱਲ ਦਾ ਵਿਸ਼ਵਾਸ ਸੀ ਕਿ ਇਹਨਾਂ ਦੀ ਯੋਗ ਅਗਵਾਈ ਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਪੰਥ ਦਾ ਜੋ ਹੋ ਰਿਹਾ ਨੁਕਸਾਨ ਹੈ ਉਹ ਜ਼ਰੂਰ ਘਟੇਗਾ। ਸਰਕਾਰ ਅੰਦਰੋਂ ਅੰਦਰ ਸੋਚ ਰਹੀ ਸੀ ਕਿ ਇਹਨਾਂ ਤੇ ਮੁੜ ਸਰਗਰਮ ਹੋਣ ਦੇ ਨਾਲ, ਜਥੇਦਾਰ ਬਣਨ ਨਾਲ ਸੰਘਰਸ਼ ਮੁੜ ਤੇਜ਼ੀ ਵੱਲ ਜੋ ਹੈ ਪਕੜ ਲਵੇਗਾ ਤੇ ਨਾਲ ਹੀ ਰੁਕਦੇ ਜਾਂਦੇ ਖਾੜਕੂ ਸੰਘਰਸ਼ ਨੂੰ ਨਵੀਂ ਰਫ਼ਤਾਰ ਜੋ ਹੈ ਮਿਲੇਗੀ। ਸੋ ਇਸ ਨੂੰ ਰੋਕਣ ਲਈ ਜੋ ਸੀ ਸਰਕਾਰ ਉਹਨਾਂ ਨੇ ਨੀਤੀ ਘੜਨੀ ਸ਼ੁਰੂ ਕੀਤੀ। ਭਾਈ ਸਾਹਿਬ ਪਿੰਡ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰਿਆ ਕਰਦੇ ਸਨ। 20 ਦਸੰਬਰ 1992 ਦੀ ਅੱਧੀ ਰਾਤ ਨੂੰ ਭਾਈ ਸਾਹਿਬ ਜੀ ਦੀ ਵੱਡੀ ਧੀ ਜੋ ਅਹਿਮਦਗੜ੍ਹ ਵਿਖੇ ਵਿਆਹੀ ਹੋਈ ਸੀ, ਉਸ ਦਾ ਨਵ ਜੰਮਿਆ ਬੱਚਾ ਜੋ ਸੀ ਉਹ ਚੜ੍ਹਾਈ ਕਰ ਗਿਆ। ਉਸੇ ਸਵੇਰ 4 ਵਜੇ ਪੁਲਿਸ ਨੇ ਆ ਕੇ ਘਰ ਨੂੰ ਘੇਰਾ ਪਾ ਲਿਆ ਅਤੇ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਜਾਣ ਦੇ ਲਈ ਜੋ ਸੀ ਚੱਲਣ ਲਈ ਕਿਹਾ। ਉਹਨਾਂ ਦੀ ਸਿੰਘਣੀ ਨੇ ਘਰ ਦੇ ਵਰਤੇ ਭਾਣੇ ਬਾਰੇ ਦੱਸਿਆ। ਪੁਲਿਸ ਨੇ ਨਾ ਮੰਨੀ ਅਤੇ ਇਹ ਗੱਲ ਕਹੀ ਕਿ ਉੱਪਰੋਂ ਅਫਸਰ ਜੋ ਨੇ ਆਏ ਹੋਏ ਨੇ, ਕੋਈ ਜ਼ਰੂਰੀ ਪੁੱਛਗਿੱਛ ਕਰਨੀ ਹੈ। ਭਾਈ ਸਾਹਿਬ ਨੇ ਕਿਹਾ ਤੁਸੀਂ ਪਹਿਲਾਂ ਬੱਚੇ ਦਾ ਸੰਸਕਾਰ ਕਰੋ, ਮੈਂ ਇਹਨਾਂ ਦੇ ਨਾਲ ਜਾਂਦਾ ਹਾਂ। ਭਾਈ ਸਾਹਿਬ ਜੀ ਨੂੰ ਉੱਥੋਂ ਪੁਲਿਸ ਆਪਣੇ ਨਾਲ ਲੈ ਗਈ। ਉਹਨਾਂ ਨੂੰ ਜਗਰਾਉਂ ਦੇ ਥਾਣੇ ਵਿੱਚ ਰੱਖਿਆ ਗਿਆ। ਉੱਥੇ 2 ਦਸੰਬਰ ਜਗਰਾਉਂ ਹੋਏ ਬੱਸ ਕਾਂਡ ਦੇ ਬਾਰੇ ਵਿੱਚ ਜੋ ਸੀ ਉਹ ਪੁੱਛਗਿੱਛ ਜੋ ਸੀ ਭਾਈ ਸਾਹਿਬ ਜੀ ਤੋਂ ਕੀਤੀ ਗਈ। ਜਦੋਂ ਕੁਝ ਹਾਸਲ ਨਾ ਹੋਇਆ ਤਾਂ ਭਾਈ ਸਾਹਿਬ ਜੀ ਨੂੰ ਫਿਰ ਸ਼ਾਮ ਨੂੰ ਛੱਡ ਦਿੱਤਾ ਗਿਆ। ਉਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਹਫ਼ਤਾ ਚੱਲ ਰਿਹਾ ਸੀ ਅਤੇ ਭਾਈ ਸਾਹਿਬ ਜੀ ਗੁਰੂ ਘਰ ਦੇ ਅੰਦਰ ਜੋ ਸੀ ਉਹ ਉਸ ਹਫ਼ਤੇ ਦੇ ਬਾਰੇ, ਸ਼ਹੀਦਾਂ ਦੀ ਬਾਰੇ ਦੇ ਵਿੱਚ ਜੋ ਸੀ ਕਥਾ ਵਿਚਾਰ ਕਰਿਆ ਕਰਦੇ ਸਨ। 5 ਦਸੰਬਰ ਨੂੰ ਫਿਰ ਸਵੇਰੇ ਪੁਲਿਸ ਨੇ ਭਾਈ ਸਾਹਿਬ ਜੀ ਨੂੰ ਦੇ ਘਰ ਨੂੰ ਘੇਰਾ ਪਾ ਲਿਆ। ਬੱਚੀ ਜੋ ਸੀ ਘਰ ਵਿੱਚ ਉਸਨੇ ਦੱਸਿਆ ਕਿ ਉਹ ਗੁਰਦੁਆਰੇ ਸਾਹਿਬ ਗਏ ਹੋਏ ਹਨ। ਪੁਲਿਸ ਉੱਥੇ ਜਾ ਕੇ ਪਹੁੰਚੀ। ਭਾਈ ਸਾਹਿਬ ਜੀ ਨੂੰ ਆਪਣੇ ਨਾਲ ਚੱਲਣ ਦੇ ਲਈ ਕਹਿਣ ਲੱਗੀ। ਭਾਈ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ, ਸਮਾਪਤੀ ਹੋ ਲਵੇ, ਮੈਂ ਕਥਾ ਸਮਾਪਤ ਕਰਕੇ ਤੁਹਾਡੇ ਨਾਲ ਚੱਲਾਂਗਾ। ਭੋਗ ਪੈਣ ਤੋਂ ਉਪਰੰਤ ਭਾਈ ਸਾਹਿਬ ਜੀ ਘਰ ਆਏ, ਨਾਸ਼ਤਾ ਪਾਣੀ ਕੀਤਾ ਅਤੇ ਪਿੰਡ ਦੇ ਮੋਤਬਰਾਂ ਦੇ ਸਾਹਮਣੇ ਸਾਰੀ ਸੰਗਤ ਜੋ ਸੀ ਉਹ ਘਰ ਆਈ ਹੋਈ ਸੀ। ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੇ ਨਾਲ ਗੱਡੀ ਵਿੱਚ ਬੈਠ ਕੇ ਭਾਈ ਸਾਹਿਬ ਜੀ ਜੋ ਸਨ ਉੱਥੋਂ ਚੱਲ ਪਏ। ਉੱਥੋਂ ਚੱਲਣ ਵੇਲੇ ਭਾਈ ਸਾਹਿਬ ਜੀ ਨੇ ਆਪਣੇ ਪਰਿਵਾਰ ਤੇ ਸੰਗਤਾਂ ਨੂੰ ਇੱਕ ਗੱਲ ਕਹੀ ਕਿ ਸਰਕਾਰ ਆਪਣੇ ਆਖਰੀ ਦਾਅ ਉੱਤੇ ਉਤਰ ਆਈ ਹੈ। ਹੁਣ ਪੁਲਿਸ ਵਾਲੇ ਹੱਦਾਂ ਪਾਰ ਕਰਨਗੇ। ਤੁਸੀਂ ਤੇ ਪਰਿਵਾਰ ਨੇ ਅਟਲ ਭਰੋਸਾ ਰੱਖਣਾ ਹੈ। ਜ਼ਮੀਨ ਪਹਿਲਾਂ ਹੀ ਉਹਨਾਂ ਨੇ ਆਪਣੇ ਨਾਂ ਤੋਂ ਜੋ ਸੀ ਉਹ ਟ੍ਰਾਂਸਫਰ ਕਰ ਦਿੱਤੀ ਸੀ ਕਿ ਕੋਈ ਪਤਾ ਨਹੀਂ ਸਰੀਰ ਦਾ
ਕਿਹੜੇ ਵੇਲੇ ਕੀ ਪਾਣਾ ਵਾਪਰ ਜਾਵੇ, ਤੁਸੀਂ ਬਾਅਦ ਦੇ ਵਿੱਚ ਕਿੱਥੇ ਖੱਜਲ ਹੁੰਦੇ ਫਿਰੋਗੇ। ਤੇ ਭਾਈ ਸਾਹਿਬ ਜੀ ਉਸ ਪੁਲਿਸ ਪਾਰਟੀ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਚਲੇ ਗਏ। ਇਹ ਸਾਰੇ ਪਿੰਡ ਦੇ ਮੋਤਬਰਾਂ ਤੇ ਆਮ ਸੰਗਤ ਦੇ ਸਾਹਮਣੇ ਇਹ ਵਰਤਾਰਾ ਜੋ ਸੀ ਵਾਪਰਿਆ। ਅਗਲੇ ਦਿਨ ਪਿੰਡ ਦੇ ਕੁਝ ਬੰਦਿਆਂ ਨੂੰ ਚੁੱਕਿਆ ਗਿਆ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ। ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਭਾਈ ਸਾਹਿਬ ਜੀ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਹੈ। ਭਾਈ ਸਾਹਿਬ ਸਿਰਫ ਜੋ ਸਨ ਉਹ ਕਿਸੇ ਗੁਰਸਿੱਖ ਦੇ ਹੱਥ ਦਾ ਹੀ ਪੱਕਿਆ ਛਕਦੇ ਸਨ, ਆਮ ਲੋਕਾਂ ਦੇ ਕੋਲੋਂ ਲੰਗਰ ਨਹੀਂ ਸਨ ਛਕਦੇ। ਭਾਈ ਸਾਹਿਬ ਜੀ ਦੀ ਸਿੰਘਣੀ ਜੋ ਸੀ ਉਹ ਰੋਟੀ ਲੈ ਕੇ ਸਦਰ ਥਾਣੇ ਪਹੁੰਚੀ, ਉਸ ਨੂੰ ਮਿਲਣ ਨਹੀਂ ਦਿੱਤਾ ਗਿਆ ਅਤੇ ਉਹਨਾਂ ਦੇ ਅਨੁਸਾਰ ਉਹਨਾਂ ਤੋਂ ਜੋ ਖਾਣਾ ਸੀ, ਲੰਗਰ ਸੀ, ਉਹ ਲੈ ਲਿਆ ਜਾਂਦਾ ਅਤੇ ਫਿਰ ਖਾਲੀ ਭਾਂਡੇ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਂਦੇ। ਦੂਜੇ ਦਿਨ ਵੀ ਇਹੋ ਵਰਤਾਰਾ ਰਿਹਾ। ਰੋਟੀ ਜੋ ਸਨ ਉਹ ਪੁਲਿਸ ਵਾਲੇ ਲੈ ਲੈਂਦੇ ਤੇ ਬਾਅਦ ਵਿੱਚ ਖਾਲੇ ਭਾਂਡੇ ਜੋ ਸਨ ਉਹਨਾਂ ਦੇ ਹਵਾਲੇ ਕਰ ਦਿੰਦੇ। ਇੱਕ ਦਿਨ ਇੱਕ ਪੁਲਿਸ ਵਾਲੇ ਨੇ ਤਰਸ ਖਾ ਕੇ ਦੱਸਿਆ ਕਿ ਉਹਨਾਂ ਤੇ ਬਹੁਤ ਤਸ਼ੱਦਦ ਹੋਇਆ ਹੈ, ਉਹ ਬੈਠ ਵੀ ਨਹੀਂ ਸਕਦੇ, ਇੱਕ ਸਰਹਾਣਾ ਜੋ ਹੈ ਉਹ ਦਿੱਤਾ ਜਾਵੇ। ਤੇ ਦੱਸਿਆ ਜਾਂਦਾ ਕਿ ਉਹਨਾਂ ਦੇ ਘਰੋਂ ਇੱਕ ਗਦੇਲਾ ਤੇ ਚਾਦਰ ਜੋ ਸੀ ਉਹ ਦਿੱਤੀ ਗਈ ਤੇ ਉਹਨਾਂ ਦੀ ਸਿੰਘਣੀ ਦੇ ਮੁਤਾਬਕ ਉਹ ਗਦੇਲਾ ਤੇ ਚਾਦਰ ਬਿਲਕੁਲ ਉਸੇ ਤਰ੍ਹਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਦੇ ਦਿੱਤਾ ਗਿਆ। ਭਾਵ ਉਹ ਉਹਨਾਂ ਦੇ ਹਵਾਲੇ ਹੀ ਨਹੀਂ ਕੀਤਾ ਗਿਆ, ਸ਼ਾਇਦ ਉਸ ਤੋਂ ਪਹਿਲਾਂ ਹੀ ਭਾਈ ਸਾਹਿਬ ਜੀ ਨੂੰ ਉੱਥੋਂ ਜੋ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਜਾਂ ਉੱਥੋਂ ਅੱਗੇ ਪਿੱਛੇ ਕਰ ਲਿਆ ਗਿਆ। ਕਿਸੇ ਪਿੰਡ ਦੀ ਬੀਬੀ ਨੇ ਵੀ ਭਾਈ ਸਾਹਿਬ ਜੀ ਦੀ ਹਾਲਤ ਜੋ ਸੀ ਉਸ ਥਾਣੇ ਦੇ ਅੰਦਰ ਦੇਖੀ ਜੋ ਅਤ ਤਰਸਯੋਗ ਸੀ। ਉਸ ਦੇ ਮੁਤਾਬਕ ਭਾਈ ਸਾਹਿਬ ਜੀ ਦਾ ਸਾਰਾ ਸਰੀਰ ਜੋ ਸੀ ਨੀਲਾ ਹੋਇਆ ਸੀ, ਬਹੁਤ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਗਿਆ ਸੀ। ਲੱਤਾਂ ਜੋ ਸਨ ਉਹ ਟੁੱਟੀਆਂ ਹੋਈਆਂ ਸਨ, ਨੀਂਦ ਬੇਹੋਸ਼ੀ ਦੀ ਹਾਲਤ ਦੇ ਵਿੱਚ ਸਨ। ਕੁਝ ਪਿੰਡ ਦੇ ਲੋਕਾਂ ਨੇ ਵੀ ਭਾਈ ਸਾਹਿਬ ਤੇ ਹੋਏ ਤਸ਼ੱਦਦ ਦੇ ਬਾਰੇ ਵਿੱਚ ਜੋ ਸੀ ਉਹ ਉਹਨਾਂ ਦੇ ਹਾਲਾਤਾਂ ਬਾਰੇ ਦੱਸਿਆ ਸੀ। ਕੁਝ ਜੋ ਚਸ਼ਮਦੀਦ ਨੇ ਉਹਨਾਂ ਦੇ ਮੁਤਾਬਕ ਭਾਈ ਸਾਹਿਬ ਜੀ ਨੂੰ ਸਵਰਨ ਸਿੰਘ ਘੋਟਰੇ ਨੇ ਗੱਡੀ ਦੀ ਟੱਕਰ ਮਾਰ ਕੇ ਫਿਰ ਗੱਡੀ ਜੋ ਸੀ ਉਹਨਾਂ ਦੀਆਂ ਲੱਤਾਂ ਦੇ ਉੱਤੇ ਚਾੜ ਕੇ ਲੱਤਾਂ ਦਰੜ ਦਿੱਤੀਆਂ ਸਨ। ਇੱਕ ਡਾਕਟਰ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ ਉੱਤੇ ਬਹੁਤ ਜੋ ਸੀ ਤਸ਼ੱਦਦ ਕੀਤਾ ਗਿਆ। 31 ਦਸੰਬਰ ਨੂੰ ਦੱਸਿਆ ਗਿਆ ਕਿ CIA ਸਟਾਫ ਜਗਰਾਉਂ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਇਹ ਸਭ ਜਾਣ ਕੇ ਉਹਨਾਂ ਦੀ ਸਿੰਘਣੀ ਚੰਡੀਗੜ੍ਹ ਜੋ ਐਡਵੋਕੇਟ ਗੁਰਮੁਖ ਸਿੰਘ ਮਨੋਲੀ ਉਹਨਾਂ ਕੋਲ ਪਹੁੰਚੇ। ਕਾਨੂੰਨੀ ਜੋ ਸੀ ਚਾਰਾਜੋਈ ਕੀਤੀ, ਮਗਰੋਂ ਅਦਾਲਤ ਨੇ ਵਾਰੰਟ ਅਫਸਰ ਭੇਜਿਆ। 2 ਜਨਵਰੀ ਨੇ ਉਸਨੇ ਸਦਰ ਥਾਣੇ ਪਹੁੰਚਿਆ ਤਾਂ ਇੱਥੇ ਕੋਈ ਵੀ ਨਹੀਂ ਸੀ। ਭਾਈ ਸਾਹਿਬ ਨੂੰ ਪਹਿਲਾਂ ਹੀ ਉੱਥੋਂ ਗਾਇਬ ਜੋ ਸੀ ਕਰ ਦਿੱਤਾ ਗਿਆ ਸੀ। 3 ਜਨਵਰੀ ਨੂੰ ਪੁਲਿਸ ਨੇ ਅਖਬਾਰਾਂ 'ਚ ਇੱਕ ਝੂਠੀ ਕਹਾਣੀ ਕਰਕੇ ਖਬਰ ਲਗਵਾ ਦਿੱਤੀ ਤੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਭਾਈ ਸਾਹਿਬ ਨੇ ਆਪਣੇ ਕੋਲ ਹਥਿਆਰ ਹੋਣ ਦੀ ਗੱਲ ਜੋ ਸੀ ਕਬੂਲੀ ਸੀ, ਜਿਸ ਤੋਂ ਬਾਅਦ ਇੱਕ ਪੁਲਿਸ ਪਾਰਟੀ ਸਿਧਵਾਂ ਥਾਣੇ ਦੇ ਪਿੰਡ ਕਨੀਆਂ ਕੋਲ ਹਥਿਆਰ ਬਰਾਮਦਗੀ ਵਾਸਤੇ ਲੈ ਕੇ ਜਾ ਰਹੀ ਸੀ, ਜਿਹਦੇ ਉੱਤੇ ਖਾੜਕੂਆਂ ਨੇ ਜੋ ਸੀ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਦੇ ਦੌਰਾਨ ਭਾਈ ਗੁਰਦੇਵ ਸਿੰਘ ਕੌਂਕੇ ਜੋ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਸਨ ਉਹ ਉੱਥੋਂ ਭਗੌੜਾ ਹੋ ਗਏ, ਉੱਥੋਂ ਨੱਸ ਗਏ। ਇਹ ਬਿਲਕੁਲ ਇੱਕ ਸਾਜ਼ਿਸ਼ ਸੀ ਅਤੇ ਘੜੀ ਘੜਾਈ ਕਹਾਣੀ ਸੀ ਜੋ ਆਮ ਕਰਕੇ ਅਖਬਾਰਾਂ ਵਾਲਿਆਂ ਨੂੰ ਜੋ ਪੁਲਿਸ ਵੱਲੋਂ ਦਿੱਤੀ ਜਾਂਦੀ ਸੀ ਅਤੇ ਉਹ ਵੀ ਸਰਕਾਰੀ ਰਖੇਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਖਬਰਾਂ ਨੂੰ ਛਾਪ ਦਿੰਦੀਆਂ ਸਨ ਜਾਂ ਟੈਲੀਵਿਜ਼ਨ ਰੇਡੀਓ ਜੋ ਸਨ ਉਹ ਪੜ੍ਹ ਕੇ ਸੁਣਾ ਦਿੱਤੇ ਜਾਂਦੇ ਸਨ। ਹੁਣ ਭਾਈ ਸਾਹਿਬ ਜੀ ਦੇ ਉੱਤੇ ਜੋ ਉਸ ਥਾਣੇ ਦੇ ਅੰਦਰ ਤਸ਼ੱਦਦ ਕੀਤਾ ਗਿਆ ਉਹਦੇ ਬਾਰੇ ਦੇ ਵਿੱਚ 6 ਸਾਲਾਂ ਦੇ ਬਾਅਦ 14 ਮਈ 1998 ਨੂੰ ਜਗਰਾਉਂ ਥਾਣੇ ਅੰਦਰ ਬਤੌਰੇ ਸਿਪਾਹੀ ਤਾਇਨਾਤ ਦਰਸ਼ਨ ਸਿੰਘ ਹਟੂਰ ਨੇ ਆਪਣੀ ਜ਼ੁਬਾਨ ਜੋ ਸੀ ਪਹਿਲੀ ਵਾਰ ਖੋਲੀ। ਦਰਸ਼ਨ ਸਿੰਘ ਹਟੂਰ ਉਸ ਵਕਤ ਥਾਣੇ ਅੰਦਰ ਤਾਇਨਾਤ ਸੀ ਜਦ ਭਾਈ ਸਾਹਿਬ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਸਭ ਕੁਝ ਆਪਣੀ ਅੱਖੀ ਦੇਖਿਆ ਸੀ। ਉਹਦੇ ਮੁਤਾਬਕ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ CIA ਸਟਾਫ ਜਗਰਾਉਂ, ਥਾਣਾ ਸਦਰ ਜਗਰਾਉਂ ਤੇ ਪੁਲਿਸ ਲਾਈਨ ਜਗਰਾਉਂ ਜੋ ਸੀ ਰੱਖਿਆ ਗਿਆ ਸੀ। ਜਗਰਾਉਂ ਪੁਲਿਸ ਜ਼ਿਲ੍ਹੇ ਦੇ ਮੁਖੀ ਸਵਰਨ ਘੋਟਰੇ ਨੇ ਦੀਆਂ ਸਖਤ ਹਦਾਇਤਾਂ ਸਨ ਕਿ ਭਾਈ ਸਾਹਿਬ ਨੂੰ ਇੱਕ ਦਿਨ ਵਿੱਚ ਅੱਡ-ਅੱਡ ਥਾਵਾਂ ਤੇ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਅਕਾਲੀ ਲੀਡਰ ਜਾਂ ਲੋਕਾਂ ਨੂੰ ਉਹਨਾਂ ਦੀ ਸੂਹ ਨਾ ਮਿਲ ਸਕੇ ਅਤੇ ਉਹਨਾਂ ਨੂੰ ਛੁਡਵਾਇਆ ਨਾ ਜਾ ਸਕੇ, ਕਿਉਂਕਿ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਥਾਂ-ਥਾਂ ਦੇ ਉੱਤੇ ਧਰਨੇ ਲੱਗ ਰਹੇ ਸਨ। ਪੁੱਛਗਿੱਛ ਦੌਰਾਨ ਭਾਈ ਸਾਹਿਬ ਜੀ ਤੇ ਉਹਨਾਂ ਨੇ ਧਰਮ ਪ੍ਰਚਾਰ ਬਾਰੇ ਪੁੱਛਿਆ ਜਾਂਦਾ ਸੀ, ਖਾੜਕੂਆਂ ਨਾਲ ਉਹਨਾਂ ਦੇ ਸਬੰਧਾਂ ਬਾਰੇ ਪੁੱਛਿਆ ਜਾਂਦਾ, ਖਾਸ ਕਰਕੇ ਕੀਪੇ ਸ਼ੇਖੂਪੁਰੀਏ ਬਾਰੇ। ਜਦ ਭਾਈ ਸਾਹਿਬ ਕਹਿੰਦੇ ਕਿ ਕੀਪੇ ਜਾਂ ਕਿਸੇ ਹੋਰ ਖਾੜਕੂ ਸਿੰਘ ਨਾਲ ਮੇਰੇ ਕੋਈ ਸਬੰਧ ਨਹੀਂ ਹਨ, ਮੇਰੇ ਘਰ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਹੈ, ਲੰਗਰ ਪਾਣੀ ਛਕ ਸਕਦਾ ਹੈ, ਪਰ ਮੈਂ ਕਿਸੇ ਨੂੰ ਜਾਣਦਾ ਨਹੀਂ, ਮੇਰਾ ਕਿਸੇ ਦੇ ਨਾਲ ਕੋਈ ਵਾਸਤਾ ਨਹੀਂ, ਮੈਂ ਸਿਰਫ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਗੁਰੂ ਦੇ ਲੜ ਲਾਉਂਦਾ, ਤਾਂ ਇਸ ਉੱਤੇ ਘੋਟਣਾ ਹੋਰ ਖਿੱਚ ਜਾਂਦਾ। ਤਦ ਫਿਰ ਉਹ ਤਸ਼ੱਦਦ ਦੀ ਇੰਤਹਾ ਕਰ ਦਿੰਦਾ। ਉਹਨਾਂ ਭਾਈ ਸਾਹਿਬ ਨੂੰ ਬਿਲਕੁਲ ਨਿਰਵਸਤਰ ਕਰਕੇ ਬਾਹਾਂ ਪਿੱਛੇ ਬਣ ਕੇ ਛੱਤ ਨਾਲ ਲਟਕਾ ਦਿੱਤਾ ਸੀ। ਸਵਰਨਾ ਘੋਟਣਾ ਕੋਲ ਕੁਰਸੀ ਢਾ ਕੇ ਬੈਠਦਾ ਸੀ ਤੇ ਇੰਸਪੈਕਟਰ ਗੁਰਮੀਤ ਸਿੰਘ, DSP ਭਗਵਾਨ ਸੋਢੀ ਕੋਲ ਖੜੇ ਸਨ। ਘੋਟਣੇ ਦਾ ਡਰਾਈਵਰ SI ਚੰਨਨ ਸਿੰਘ ਭਾਈ ਸਾਹਿਬ ਨੂੰ ਬੈਂਤਾਂ ਨਾਲ ਬੁਰੀ ਤਰ੍ਹਾਂ ਕੁੱਟਦਾ ਸੀ। ਲੰਮਾ ਸਮਾਂ ਇਹਦਾ ਤਸ਼ੱਦਦ ਕਰਦੇ ਰਹੇ। ਫਿਰ ਭਾਈ ਸਾਹਿਬ ਨੂੰ ਥੱਲੇ ਲਾ ਲਿਆ। ਗੁਰਮੁਖ ਸਿੰਘ ਨੇ ਕੇਸਾਂ ਤੋਂ ਫੜ ਲਿਆ, ਬਾਹਾਂ ਪਿੱਛੇ ਬਣ ਕੇ ਵਿੱਚੋਂ ਲੱਤ ਲੰਘਾ ਲਈ ਤੇ ਗੋਡਾ ਭਾਈ ਸਾਹਿਬ ਜੀ ਦੀ ਕਮਰ ਵਿੱਚ ਦੇ ਦਿੱਤਾ।
ਭਾਈ ਸਾਹਿਬ ਦੀਆਂ ਲੱਤਾਂ ਫੜ ਕੇ ਅੱਡ ਅੱਡ ਪਾਸੇ ਬਾਹਰ ਵੱਲ ਖਿੱਚਦੇ ਸਨ, ਜਿਵੇਂ ਮੁਰਗੇ ਦੀਆਂ ਮਰੋੜਦੇ ਹਨ। ਇਹਦਾ 5 ਦਿਨ ਲਗਾਤਾਰ ਰਾਤ ਦਿਨ ਤਸ਼ੱਦਦ ਜੋ ਸੀ ਉਹਨਾਂ ਦੇ ਉੱਤੇ ਚੱਲਦਾ ਰਿਹਾ। ਜਦ ਭਾਈ ਸਾਹਿਬ ਜੀ ਨੇ ਕੁਝ ਵੀ ਕਬੂਲ ਨਾ ਕੀਤਾ ਤਾਂ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹਾਲੇ ਭਾਈ ਸਾਹਿਬ ਸਹਿਕਦੇ ਹੀ ਸਨ ਕਿ ਉਹਨਾਂ ਦੇ ਸਰੀਰ ਦੇ ਟੋਟੇ ਟੋਟੇ ਕਰਕੇ ਕਨੀਆਂ ਗੁਰਦੁਆਰੇ ਕੋਲ ਦਰਿਆ ਦੇ ਵਿੱਚ ਰੋੜ ਦਿੱਤੇ। ਇਹ ਜੋ ਸੀ ਉਸ ਬੰਦੇ ਨੇ ਆਪ ਇਸ ਗੱਲ ਨੂੰ ਮੰਨਿਆ ਕਿ ਮੈਂ ਇਸ ਦਾ ਚਸ਼ਮਦੀਦ ਹਾਂ। ਇੱਕ ਹੋਰ ਅਨੁਸਾਰ ਜਦੋਂ ਉਸ ਕਮਰੇ ਦੇ ਬਾਹਰੋਂ ਲੰਘਿਆ, ਜਿਸ ਕਮਰੇ ਦੇ ਵਿੱਚ ਭਾਈ ਸਾਹਿਬ ਜੀ ਨੂੰ ਰੱਖਿਆ ਗਿਆ ਸੀ, ਤਾਂ ਪੂਰਾ ਫਰਸ਼ ਜੋ ਸੀ ਉਹ ਖੂਨ ਦੇ ਨਾਲ ਜੋ ਸੀ ਲਾਲ ਹੋਇਆ ਪਿਆ ਸੀ। ਉਹਨਾਂ ਦੇ ਉੱਤੇ ਇੱਕ ਚਾਦਰ ਪਾਈ ਹੋਈ ਸੀ, ਉਹਨਾਂ ਦੀਆਂ ਲੱਤਾਂ ਜੋ ਸਨ ਉਹ ਵੱਡੀਆਂ ਹੋਈਆਂ ਸਨ ਅਤੇ ਉੱਥੇ ਸਵਰਨਾ ਘੋਟਣਾ ਮੌਜੂਦ ਸੀ। ਇੱਕ ਹੋਰ ਚਸ਼ਮਦੀਦ ਅਨੁਸਾਰ ਅਜੀਤ ਸਿੰਘ ਜੋ ਸੀ ਅਜੀਤ ਸੰਧੂ, ਉਹ ਵੀ ਭਾਈ ਸਾਹਿਬ ਜੀ ਦੇ ਉੱਤੇ ਤਸ਼ੱਦਦ ਕਰਨ ਵਿੱਚ ਇੱਕ ਦਿਨ ਜੋ ਸੀ ਆ ਕੇ ਪਹੁੰਚਿਆ ਸੀ। ਕੁੱਲ ਮਿਲਾ ਕੇ ਭਾਈ ਸਾਹਿਬ ਜੀ ਦੇ ਉੱਤੇ ਅੱਤ ਦਾ ਤਸ਼ੱਦਦ ਕਰਕੇ ਜੋ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਜਦੋਂ ਇਹ ਖਬਰਾਂ ਅਖਬਾਰ ਦੇ ਅੰਦਰ ਲੱਗੀਆਂ ਕਿ ਭਾਈ ਸਾਹਿਬ ਜੀ ਫਰਾਰ ਹੋ ਗਏ, ਤਾਂ ਸਾਰੇ ਪੰਥ ਦੇ ਵਿੱਚ ਇਹ ਜੋ ਸੀ ਦੁੱਖ ਤੇ ਰੋਸ ਦੀ ਲਹਿਰ ਜੋ ਸੀ ਉਹ ਫੈਲ ਗਈ। ਹਰ ਕਿਸੇ ਨੂੰ ਇਹ ਯਕੀਨ ਹੋ ਗਿਆ ਸੀ ਕਿ ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਧਰਨੇ ਮੁਜ਼ਾਹਰੇ ਵੀ ਹੋਏ, ਪਰ ਪੁਲਿਸ ਉਹਨਾਂ ਨੂੰ ਫਰਾਰ ਘੋਸ਼ਿਤ ਕਰਕੇ ਆਪਣਾ ਪੱਲਾ ਜੋ ਝਾੜ ਚੁੱਕੀ ਸੀ। ਘਰਦਿਆਂ ਤੇ ਸੰਗਤਾਂ ਨੇ ਸ਼ਹੀਦੀ ਜੋ ਸੀ ਉਹ ਪ੍ਰਵਾਨ ਕਰ ਲਈ ਸੀ ਅਤੇ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਪਾਠ ਰਖਵਾ ਕੇ ਭਾਈ ਸਾਹਿਬ ਜੀ ਦੇ ਭੋਗ ਵੀ ਪਵਾ ਦਿੱਤੇ ਸਨ। ਗੁਰੂ ਪਿਆਰ ਵਾਲਿਓ, ਭਾਈ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ 6 ਸਾਲ ਬਾਅਦ ਲੱਗਾ, ਤਾਂ ਉਸ ਵੇਲੇ ਪੰਥ ਦੇ ਜੋ ਪੰਥ ਦਰਦੀ ਸਨ ਉਹ ਇੱਕ ਵਫਦ ਦੇ ਰੂਪ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ, ਜਿਹਦੇ ਵਿੱਚ ਉਹਨਾਂ ਨੇ ਭਾਈ ਗੁਰਦੇਵ ਸਿੰਘ ਜੀ ਦੀ ਸ਼ਹਾਦਤ ਦੀ ਅਸਲ ਜਾਂਚ ਕਰਨ ਦੀ ਅਪੀਲ ਕੀਤੀ। ਇਸ ਵਫਦ ਵਿੱਚ ਸ੍ਰੀ ਰਾਮ ਨਾਰਾਇਣ ਸ਼ਰਮਾ, ਜਸਟਿਸ ਅਜੀਤ ਸਿੰਘ ਬੈਸ, ਸਰਦਾਰ ਇੰਦਰਜੀਤ ਸਿੰਘ ਜੇਜੀ, ਡਾਕਟਰ ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸਰਦਾਰ ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀਐਸ ਗਿੱਲ, ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਬੈਸ, ਐਡਵੋਕੇਟ ਸਰਦਾਰ ਅਮਰ ਸਿੰਘ ਚਾਲ, ਐਡਵੋਕੇਟ ਸਰਦਾਰ ਨਵਕਿਰਨ ਸਿੰਘ, ਸ਼੍ਰੀਮਤੀ ਬਲਜੀਤ ਕੌਰ, ਜਸਪਾਲ ਸਿੰਘ ਢਿੱਲੋਂ, ਇਹ ਸਾਰੇ ਸ਼ਾਮਲ ਸਨ। ਇਹਨਾਂ ਨੇ ਜਾ ਕੇ ਬਾਦਲ ਦੇ ਨਾਲ ਜੋ ਸੀ ਉਹ ਗੱਲਬਾਤ ਕਰਕੇ ਇਸ ਵਫਦ ਨੇ ਕਤਲ ਦੀ ਜੋ ਸੀ ਉਹ ਤਫਤੀਸ਼ ਕਰਨ ਲਈ ਕਿਹਾ ਅਤੇ ਉਹ ਸਰਕਾਰ ਜੋ ਬਣੀ ਹੀ ਇਸ ਗੱਲ ਦੇ ਉੱਤੇ ਸੀ ਕਿ ਅਸੀਂ ਜਿੰਨਾ ਵੀ ਇਹ ਵਰਤਾਰਾ 1984 ਤੋਂ ਬਾਅਦ ਹੋਇਆ, ਜੋ ਜ਼ਾਲਮ ਨੇ, ਜਿਨ੍ਹਾਂ ਨੇ ਜੋ ਜ਼ੁਲਮ ਕੀਤਾ, ਉਹਨਾਂ ਦੇ ਕੋਲ ਪੂਰਾ ਹਿਸਾਬ ਲਵਾਂਗੇ। ਉਹਨਾਂ ਨੇ ਉਸ ਵੇਲੇ ਇੱਕ ਜੋ ਸੀ ਐਡੀਸ਼ਨਲ ਡਾਇਰੈਕਟਰ ਜਨਰਲ ਬੀਪੀ ਤਿਵਾੜੀ ਦੀ ਅਗਵਾਈ ਦੇ ਵਿੱਚ ਜਾਂਚ ਕਮਿਸ਼ਨ ਬਣਾ ਦਿੱਤਾ। ਇਸ ਕਮਿਸ਼ਨ ਨੇ ਆਪਣੀ ਰਿਪੋਰਟ ਜੋ ਸੀ ਤਿਆਰ ਕਰਕੇ 3 ਮਹੀਨਿਆਂ ਵਿੱਚ ਦੇਣੀ ਸੀ, ਪਰ ਸਵਾ ਸਾਲ ਲੰਘਣ ਤੋਂ ਬਾਅਦ 29 ਸਤੰਬਰ 1999 ਨੂੰ ਇਸ ਕਮਿਸ਼ਨ ਨੇ ਜਾਂਚ ਪੂਰੀ ਕਰਕੇ ਬਾਦਲ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ। ਪਰ ਉਹ ਰਿਪੋਰਟ ਜੋ ਸੀ ਉਸ ਨੂੰ ਜਨਤਕ ਨਹੀਂ ਕੀਤਾ ਗਿਆ। ਕਾਫੀ ਸਮਾਂ ਜੋ ਸੀ ਉਸ ਨੂੰ ਦਬ ਕੇ ਰੱਖਿਆ ਗਿਆ। ਉਸ ਰਿਪੋਰਟ ਦੇ ਵਿੱਚ ਇਹ ਗੱਲ ਜ਼ਰੂਰ ਮੰਨੀ ਗਈ ਸੀ ਕਿ ਪਿੰਡ ਦੇ ਵਿੱਚੋਂ ਮੋਤਬਰਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਭਾਈ ਗੁਰਦੇਵ ਸਿੰਘ ਜੀ ਨੂੰ ਜੋ ਸੀ ਉਹ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਉੱਤੇ ਤਸ਼ੱਦਦ ਦੀ ਗੱਲ ਨੂੰ ਵੀ ਕਬੂਲਿਆ ਗਿਆ ਅਤੇ ਇਹ ਜੋ ਜ਼ਿੰਮੇਵਾਰੀ ਸੀ ਉਸ ਪੁਲਿਸ ਟੁਕੜੀ ਦੇ ਉੱਤੇ ਵੀ ਨਿਯਤ ਕੀਤੀ ਗਈ ਸੀ। ਪਰ ਇਹ ਜੋ ਰਿਪੋਰਟ ਸੀ, ਅਗਰ ਇਸ ਰਿਪੋਰਟ ਨੂੰ ਉਸ ਵੇਲੇ ਜਨਤਕ ਕੀਤਾ ਜਾਂਦਾ, ਇਹਦੇ ਉੱਤੇ ਹੋਰ ਕਮਿਸ਼ਨ ਬਿਠਾ ਕੇ ਅੱਗੇ ਕਾਰਵਾਈ ਕੀਤੀ ਜਾਂਦੀ, ਤਾਂ ਉਸ ਵੇਲੇ ਉਹ ਸਾਰੇ ਕਾਤਲ ਜੋ ਸਨ ਉਹ ਪਕੜ ਵਿੱਚ ਆ ਸਕਦੇ ਸਨ, ਉਹਨਾਂ ਨੂੰ ਸਜ਼ਾਵਾਂ ਲੱਭ ਸਕਦੀਆਂ ਸਨ। ਪਰ ਉਸ ਵੇਲੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਿਆਂ ਨੇ ਉਹਨਾਂ ਜ਼ਾਲਮਾਂ ਦੇ ਨਾਲ ਆਪਣੀ ਯਾਰੀ ਨਿਭਾਈ। ਉਹ ਕਾਤਲ ਜਿਹੜੇ ਭਾਈ ਗੁਰਦੇਵ ਸਿੰਘ ਵਰਗੇ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰਨੀ ਜਥੇਦਾਰ, ਇੱਕ ਧਾਰਮਿਕ ਪੁਰਸ਼ ਦਾ ਕਤਲ ਸੀ, ਇੱਕ ਧਾਰਮਿਕ ਉੱਚ ਪਦਵੀ ਦੇ ਉੱਤੇ, ਜਿਸ ਨੂੰ ਸਿੱਖ ਪੰਥ ਜੋ ਹੈ ਆਪਣੀ ਇੱਕ ਸਿਰਮੌਰ ਜੋ ਹੈ ਹਸਤੀ ਮੰਨਦਾ ਹੈ, ਉਹਨਾਂ ਦਾ ਇਸ ਤਰ੍ਹਾਂ ਕਤਲ ਹੋ ਜਾਣਾ, ਸਰੀਰ ਦੇ ਟੁਕੜੇ ਟੁਕੜੇ ਕਰਕੇ ਜੋ ਸੀ ਉਹ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਣਾ। ਅਤੇ ਕੁਝ ਲੋਕਾਂ ਦਾ ਇਹ ਖਿਆਲ ਸੀ ਕਿ ਸਵਰਨਾ ਘੋਟਣਾ ਕੇਵਲ ਆਪਣੀ ਟਰਾਂਸਫਰ ਨੂੰ ਰੁਕਾਉਣ ਵਾਸਤੇ ਇਹੋ ਜਿਹੇ ਕਾਰਜ ਕਰਦਾ ਸੀ। ਇਹੋ ਜਿਹਾ ਜ਼ੁਲਮ ਤੇ ਤਸ਼ੱਦਦ ਉਹਨਾਂ ਦੇ ਉੱਤੇ ਕੀਤਾ ਗਿਆ, ਪਰ ਕੌਮ ਜੋ ਸੀ ਉਹਨਾਂ ਦੇ ਵਾਸਤੇ ਇਨਸਾਫ ਨਾ ਲੈ ਸਕੀ। ਅਤੇ ਉਹ ਉਸ ਵੇਲੇ ਜਦੋਂ ਆਪਣੀ ਪੰਥਕ ਕਹਾਉਣ ਦੀ ਸਰਕਾਰ ਸੀ, ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਈ ਇਸ ਰਿਪੋਰਟ ਨੂੰ ਜਨਤਕ ਕਰਨ ਵਾਸਤੇ। ਬੜੇ ਚਿਰਾਂ ਤੋਂ ਬਾਅਦ ਫਿਰ ਇੱਕ ਹੋਰ ਕਮਿਸ਼ਨ ਜੋ ਸੀ ਉਹ ਮੁਕਰਰ ਕੀਤਾ ਗਿਆ, ਜਿਸ ਕਮਿਸ਼ਨ ਨੂੰ ਜੋ ਸੀ ਅਮਰਿੰਦਰ ਸਿੰਘ ਜੋ ਉਸ ਵੇਲੇ ਦੇ ਚੀਫ ਮਿਨਿਸਟਰ ਸਨ ਕਾਂਗਰਸ ਦੇ, ਉਹਨਾਂ ਨੇ ਨਵਾਂ ਕਮਿਸ਼ਨ ਜੋ ਸੀ ਆਈਜੀ ਸ਼ਰਮਾ ਦੇ ਕਹਿਣ ਦੇ ਉੱਤੇ ਜੋ ਸੀ ਐਸਐਸਪੀ ਜਗਰਾਉਂ ਤੇ ਸੁਖਵਿੰਦਰ ਸਿੰਘ ਛੀਪਾ ਦੀ ਅਗਵਾਈ ਵਿੱਚ ਬਣਾਇਆ ਗਿਆ। ਉਸ ਕਮਿਸ਼ਨ ਨੇ ਜੋ ਸੀ ਉਹ ਬੀਪੀ ਤਿਵਾੜੀ ਵਾਲੀ ਜਿਹੜੀ ਰਿਪੋਰਟ ਸੀ ਉਸ ਨੂੰ ਮੂਲੋਂ ਰੱਦ ਕਰਨ ਦਾ ਯਤਨ ਕੀਤਾ ਕਿ ਜੋ ਗੁੰਜਾਇਸ਼ ਕਿਤੇ ਉਹਨਾਂ ਨੂੰ ਜੋ ਜ਼ਿੰਮੇਵਾਰ ਪੁਲਿਸ ਅਫਸਰ ਸਨ ਉਹਨਾਂ ਨੂੰ ਸਜ਼ਾ ਦੇਣ ਦੀ ਬਣਦੀ ਸੀ, ਉਸ ਨੂੰ ਵੀ ਜੋ ਸੀ ਖਤਮ ਕਰਨ ਦਾ ਯਤਨ ਕੀਤਾ ਗਿਆ। ਪਰ ਗੁਰੂ ਪਿਆਰ ਵਾਲਿਓ, ਇਸ ਚੀਜ਼ ਨੇ ਇੱਕ ਗੱਲ ਜ਼ਰੂਰ ਕੀਤੀ
ਕਿ ਜੋ ਸੀ ਪੰਥ ਦੇ ਵਿੱਚ ਇੱਕ ਚਰਚਾ ਜ਼ਰੂਰ ਛੇੜ ਦਿੱਤੀ ਕਿ ਜੋ ਲੋਕੀ ਆਪਣੇ ਆਪ ਨੂੰ ਪੰਥ ਪ੍ਰਸਤ ਕਹਾਉਂਦੇ ਨੇ ਅਸਲ ਵਿੱਚ ਉਹ ਪੰਥ ਪ੍ਰਸਤ ਨਹੀਂ ਸਨ। ਉਹਨਾਂ ਨੇ ਨਾ ਸਿੱਖ ਨੌਜਵਾਨਾਂ ਨੂੰ ਮਰਦਿਆਂ ਤੋਂ ਬਚਾਇਆ, ਨਾ ਉਹਨਾਂ ਨੂੰ ਜੇਲ੍ਹਾਂ ਤੋਂ ਕਢਾਇਆ, ਤੇ ਨਾ ਉਹਨਾਂ ਦੇ ਪੁਲਿਸ ਝੂਠੇ ਮੁਕਾਬਲੇ ਕਰਨ ਵਾਲੇ ਜੋ ਦੋਸ਼ੀ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਸਗੋਂ ਉਲਟਾ ਉਹਨਾਂ ਦੋਸ਼ੀ ਜੋ ਪੁਲਿਸ ਅਫਸਰ ਸਨ ਉਹਨਾਂ ਨੂੰ ਵੱਡੇ ਵੱਡੇ ਜੋ ਸਨ ਅਹੁਦੇ ਦੇ ਦਿੱਤੇ। 14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਇੱਕ ਸੈਮੀਨਾਰ ਦੇ ਵਿੱਚ ਜੋ ਲੁਧਿਆਣੇ ਵਿੱਚ ਦਿੱਤਾ ਗਿਆ, ਉੱਥੇ ਭਾਈ ਸਾਹਿਬ ਜੀ ਦੇ ਉੱਤੇ ਕੀਤੇ ਗਏ ਸਾਰੇ ਜ਼ੁਲਮ ਦਾ ਜੋ ਸੀ ਵੇਰਵਾ ਉਹ ਸਾਹਮਣੇ ਲਿਆਂਦਾ ਗਿਆ ਸੀ। ਅਤੇ ਬੀਪੀ ਤਿਵਾੜੀ ਨੇ ਜੋ ਐਡੀਸ਼ਨਲ ਡੀਜੀਪੀ ਸਨ ਜਿਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਸੀ, 22 ਫਰਵਰੀ 2000 ਨੂੰ ਉਹਨਾਂ ਨੇ 22 ਫਰਵਰੀ 2000 ਨੂੰ ਬੀਪੀ ਤਿਵਾੜੀ ਨੇ ਜੋ ਸੀ ਜਗਬਾਣੀ ਦੇ ਵਿੱਚ ਇੱਕ ਲੇਖ ਲਿਖਿਆ ਸੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਜਥੇਦਾਰ ਦੀ ਸ਼ਹਾਦਤ ਪੁਲਿਸ ਹਿਰਾਸਤ ਵਿੱਚ ਹੋਈ ਹੈ ਅਤੇ ਉਹਨਾਂ ਦੀ ਮੌਤ ਦਾ ਕਾਰਨ ਜੋ ਸੀ ਉਹ ਪੁਲਿਸ ਤਸ਼ੱਦਦ ਸੀ, ਪੁਲਿਸ ਦਾ ਜ਼ੁਲਮ ਸੀ। ਉਹ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਸੀ। ਗੁਰੂ ਪਿਆਰ ਵਾਲਿਓ, ਭਾਈ ਸਾਹਿਬ ਜੀ ਨੇ ਆਪਣਾ ਜੀਵਨ ਜੋ ਸੀ ਉਹ ਪੰਥ ਦੇ ਲੇਖੇ ਲਾ ਦਿੱਤਾ। ਪੰਥ ਪ੍ਰਸਤ ਬਣ ਕੇ ਉਹ ਸੰਸਾਰ ਦੇ ਵਿੱਚ ਜੋ ਸਨ ਉਹ ਜੀਵੇ ਨੇ ਅਤੇ ਫਿਰ ਸਮੇਂ ਦੇ ਜ਼ਾਲਮ ਦੀ ਈਨ ਨਾ ਮੰਨਦੇ ਹੋਏ ਉਹਨਾਂ ਨੇ ਉਹ ਸ਼ਹਾਦਤ ਜਿਹਦੇ ਵਾਸਤੇ ਮੰਨਿਆ ਜਾਂਦਾ ਹੈ ਜੰਨਤ ਫਿਰਦੌਸ ਬਾਗੀ ਉੱਡੇ ਖੰਭ ਹਲਕਾ ਹੈ ਸ਼ਹੀਦੀ, ਪੀਰ ਓਲੀਆ ਮਜਲਸ ਲੋਚਣ ਅਗੰਮੀ ਜਲਸਾ ਹੈ ਸ਼ਹੀਦੀ, ਇਸ਼ਕ ਨੇ ਦੁਨੀਆ ਸਾਜੀ ਸਿਖਰੇ ਇਸ਼ਕ ਹੈ ਸ਼ਹੀਦੀ, ਭਾਗਾਂ ਵਾਲੇ ਸੀਨੇ ਉੱਠੇ ਮਿੱਠੀ ਕਸਕ ਹੈ ਸ਼ਹੀਦੀ। ਉਹ ਸ਼ਹੀਦੀ ਜਾਮ ਜੋ ਸੀ ਪੀ ਕੇ ਆਪਣੇ ਆਪ ਨੂੰ ਪੰਥ ਦੇ ਸ਼ਹੀਦਾਂ ਦੀ ਲਾਈਨ ਦੇ ਵਿੱਚ ਫਿਰ ਤੋਂ ਖੜਾ ਕਰ ਦਿੱਤਾ। ਪਰ ਬਦਕਿਸਮਤੀ ਕੌਮ ਦੀ ਇਹ ਹੈ ਕਿ ਅਸੀਂ ਆਪਣੀ ਕੌਮ ਦੇ ਇੱਕ ਸਿਰਮੌਰ ਹਸਤੀ ਦੇ ਉੱਤੇ ਅੰਨੇ ਕੀਤੇ ਗਏ ਤਸ਼ੱਦਦ, ਉਹਨਾਂ ਦੇ ਕਤਲ ਦੀ ਜੋ ਸੀ ਉਹ ਇਨਸਾਫ ਨਹੀਂ ਲੈ ਸਕੇ ਅਤੇ ਜ਼ਾਲਮ ਜੋ ਸਨ ਉਹਨਾਂ ਨੂੰ ਬਣਦੀ ਸਜ਼ਾ ਜੋ ਸੀ ਨਹੀਂ ਦਿੱਤੀ ਜਾ ਸਕੀ। ਇਹ ਕੌਮ ਦੀ ਬਹੁਤ ਵੱਡੀ ਬਦਕਿਸਮਤੀ ਹੈ। ਇਸ ਕਰਕੇ ਇਸ ਗੱਲ ਦੀ ਵੀ ਸੱਚਾਈ ਹੈ ਕਿ ਇਸ ਕੌਮ ਦੇ ਵਿੱਚ ਜਿੱਥੇ ਅਣਗਿਣਤ ਮਰ ਮਿਟਣ ਵਾਲੇ ਪੰਥ ਵਾਸਤੇ ਕੌਮ ਵਾਸਤੇ ਜੋ ਸਿਰਲੱਤ ਸੂਰਮੇ ਸਰਦਾਰਾਂ ਦੀ ਕੋਈ ਕਮੀ ਨਹੀਂ, ਉੱਥੇ ਸ਼ੋਹਰਤ ਰੁਤਬੇ ਅਤੇ ਛਿੱਲੜਾਂ ਦੇ ਭੁੱਖੇ ਗਦਾਰਾਂ ਦੀ ਵੀ ਕੋਈ ਕਮੀ ਨਹੀਂ। ਇਸੇ ਕਰਕੇ ਕਿਸੇ ਵਿਦਵਾਨ ਦਾ ਕਥਨ ਹੈ, ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ, ਗਦਾਰਾਂ ਤੋਂ ਸਾਨੂੰ ਦੁਸ਼ਮਣ ਤੋਂ ਕੋਈ ਖਤਰਾ ਨਹੀਂ। ਡਰ ਲੱਗਦਾ ਆਪਣੇ ਯਾਰਾਂ ਤੋਂ, ਸਾਨੂੰ ਦੁਸ਼ਮਣ ਤੋਂ ਕੋਈ ਖਤਰਾ ਨਹੀਂ। ਡਰ ਲੱਗਦਾ ਆਪਣੇ ਯਾਰਾਂ ਤੋਂ। ਸਿਰਲੱਤ ਸੂਰਮੇ ਤਾਂ ਕੌਮ ਦੇ ਅੰਦਰ ਬਹੁਤ ਨੇ ਜੋ ਪੰਥ ਵਾਸਤੇ ਮਰ ਮਿਟਣ ਵਾਸਤੇ ਤਿਆਰ ਨੇ, ਜ਼ਾਲਮ ਦਾ ਜ਼ੁਲਮ ਸਹਾਰਨ ਵਾਸਤੇ ਤਿਆਰ ਨੇ। ਪਰ ਦੁੱਖ ਤੇ ਡਰ ਉਹਨਾਂ ਆਪਣਿਆਂ ਦੋਸਤਾਂ ਤੋਂ ਹੈ ਜਿਹੜੇ ਜ਼ਾਲਮ ਦੇ ਨਾਲ ਹੱਥ ਮਿਲਾ ਕੇ ਆਪਣੇ ਉਹਨਾਂ ਅਨਮੋਲ ਹੀਰਿਆਂ ਪੰਥ ਵਾਸਤੇ ਕੁਰਬਾਨੀ ਕਰਨ ਤੇ ਸ਼ਹੀਦ ਹੋਣ ਵਾਲਿਆਂ ਦੇ ਜੋ ਕਾਤਲਾਂ ਦੇ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਜਫੀਆਂ ਪਾਉਂਦੇ ਨੇ, ਉਹਨਾਂ ਨੂੰ ਉੱਚ ਅਹੁਦਿਆਂ ਤੇ ਬਿਠਾਉਂਦੇ ਨੇ ਅਤੇ ਪੰਥ ਦੀ ਪਿੱਠ ਦੇ ਵਿੱਚ ਜੋ ਹੈ ਉਹ ਛੁਰਾ ਘੋਂਪ ਰਹੇ ਨੇ। ਬੋਲਦਿਆਂ ਜ਼ਰੂਰ ਵੱਧ ਘੱਟ ਲਫ਼ਜ਼ ਨਿਕਲੇ ਹੋਣਗੇ, ਸੰਗਤ ਬਖਸ਼ਣਯੋਗ ਹੈ। ਆਸ ਹੈ ਖਿਮਾ ਕਰੋਗੇ, ਹੋਈ ਵੱਧ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।